KRP 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 12:27 ਹੋਏ ਨੇ। 9 ਮਾਰਚ ਦਾ ਦਿਨ ਹੈ, ਵਰਾ 2021 ਦਾ ਮੰਗਲਵਾਰ ਹੈ। 26 ਫੱਗਣ ਨਾਨਕ ਸੰਮਤ 552 ਨਿੱਘਾ ਹਾਰਦਿਕ ਸਵਾਗਤ ਹੈ। ਅੱਜ ਦੀ ਲੋਕ ਸੱਤ ਦੇ ਵਿੱਚ ਅਹਿਮ ਘਟਨਾਵਾਂ, ਗੱਲਾਂ ਬਾਤਾਂ, ਗੀਤ ਸੰਗੀਤ, ਸੁਰ ਦੇ ਮਸਲੇ ਤੇ ਗੱਲਬਾਤ। ਪਹਿਲੇ ਹਿੱਸੇ ਦੇ ਵਿੱਚ ਪੁਲਾੜ ਵਿਗਿਆਨ ਦੀ ਗੱਲਬਾਤ ਆਪਾਂ ਅੱਜ ਕਰਾਂਗੇ। ਪੁਲਾੜ ਦੇ ਵਿੱਚ ਮਨੁੱਖ ਵੱਲੋਂ ਜਿਹੜੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਕੀ ਹੈ। ਆਉਣ ਵਾਲੇ ਸਮੇਂ 'ਚ ਰੂਸ ਤੇ ਚੀਨ ਆਪਣਾ ਇੱਕ ਸਪੇਸ ਸਟੇਸ਼ਨ ਜਿਹੜਾ ਹੈ ਉਹ ਚੰਦਰਮਾ ਜਾਂ ਚੰਦਰਮਾ ਦੇ ਆਲੇ ਦੁਆਲੇ ਘੁੰਮਣ ਵਾਲਾ ਕਰ ਰਹੇ ਨੇ। ਕਦ ਸ਼ੁਰੂ ਹੋਈ ਇਹ ਦੌੜ? ਸ਼ੀਤ ਜੰਗ ਜਿਹੜੀ ਅਮਰੀਕਾ ਤੇ ਰੂਸ ਦੀ ਸੀ ਉਹਦੇ ਵਿੱਚੋਂ ਇਹ ਚੀਜ਼ਾਂ ਹੋਈਆਂ। ਅਗਲਾ ਜਿਹੜਾ ਸਮਾਂ ਹੈ ਉਹ ਕਿਹੋ ਜਿਹਾ, ਪੁਲਾੜ ਦੇ ਵਿੱਚੋਂ ਲੜਾਈ ਕਿਵੇਂ ਲੜੀ ਜਾਏਗੀ, ਇਸ ਦੀਆਂ ਗੱਲਾਂ ਬਾਤਾਂ ਹੋਣਗੀਆਂ। 1844 247 1550 184424715550 ਆਨ ਨੰਬਰ ਹੈ। 604 729 1224 WhatsApp ਤੇ ਟੈਕਸਟ ਲਈ ਨੰਬਰ ਹੈ। 184424715550 ਆਨ ਨੰਬਰ ਹੈ। गौ छत्री कन्या मुल साधु कलू काल में छोड़ के सत पंजे। गौ छत्री कन्या मल साधु कऊ काल में छोड़ गए सत पंजे। थिंदा दुध बदाम ते मास आंडे आह थूक बदाम दे रत पंजे। ठगियां चोरियां चुगलियां झूठ जुआ डोब देण इंसान नू। धत पंजे पुन पाप ते शर्म ते सच सेवा चंगे भागता मारना बत पंजे। रूई रेशम उन ते सन क्यूड़ा नारा लैनियां नारा सियाणियां लैंदियां कत पंजे। गौ छतरी कन्या मुल साधु कलू काल में छोड़ गए सत पंजे। बाबू रजवली जी पंजा दा बैत सुणाउंदे ने। धन्नवाद जी सारियां दा, जिथे भी बैठे हो लोक सत्त दे विच। अज मंगलवार नूं साडा इतिहास होएगा। गुरु नानक पातशाह जी दे प्रकाश दे समय दी गलबात। अज उन्हां दे फलसफे ते उन्हां दी पिछले 4 ਜਾਂ 3 ਜਾਂ 4 सैगमेंट दे विच आपां दस्सिआ। हुण इंसानी जामे दे विच उन्हां दा इस धरती ते आउणा, उस दी गलबात अज दे साडे इतिहास दे विच होएगी। 1:20 ਤੋਂ शुरू करांगे, तुसीं भी शामिल होना नाल। ते उदों पहिलां कुछ खबरां ते पुलाड़ दी दौड़ है जिहड़ी, ਉਹ ਪੁਲਾੜ ਦੌੜ ਦੇ ਵਿੱਚ ਗੱਲ ਇਹ ਹੋ ਗਈ ਕਿ ਅੱਜ ਚਾਈਨਾ ਤੇ ਰਸ਼ੀਆ ਨੇ ਚੰਦ ਤੇ ਸਪੇਸ ਸਟੇਸ਼ਨ ਜਿਹੜਾ ਉਹ ਲਾਂਚ ਕਰਨ ਦੀ ਗੱਲ ਕੀਤੀ ਹੈ। ਤੇ ਹੁਣ ਇਹ ਤੁਹਾਨੂੰ ਪਤਾ ਹੀ ਹੈ ਕਿ ਆਹ ਸਾਲ 60ਵੀਂ ਐਨਵਰਸਰੀ ਹੈ ਰਸ਼ੀਆ ਦੀ, ਜਦ ਉਹਨਾਂ ਨੇ ਸਪੇਸ ਫਲਾਈਟ ਜਿਹੜੀ ਪਹਿਲੀ, ਜਿਹਦੇ ਵਿੱਚ ਯੂਰੀ ਗੈਗਰਿਨ ਨੂੰ 1961 ਦੇ ਵਿੱਚ ਉਹਨਾਂ ਨੇ ਅਮਰੀਕਾ ਤੋਂ ਪਹਿਲਾਂ ਭੇਜਿਆ। ਤੇ ਫਿਰ ਪਹਿਲੀ ਔਰਤ ਵੈਲੈਂਟੀਨਾ ਟੈਰੇਸ਼ਕੋਵਾ 1963 ਦੇ ਵਿੱਚ ਗਈ। ਤੇ 20 ਜੁਲਾਈ 1969 ਨੂੰ ਸਿਖਰ ਤੇ ਗੱਲ ਪਹੁੰਚ ਗਈ ਜਦੋਂ ਅਪੋਲੋ 11 ਨਾਲ ਚੰਦਰਮਾ ਤੇ ਪਹਿਲੇ ਮਨੁੱਖ ਦੀ ਅਮਰੀਕਾ ਨੇ ਸੋਵੀਅਤ ਯੂਨੀਅਨ ਦੇ ਨੀਂਦ ਉਡਾ ਦਿੱਤੀ। ਜਦ 69 ਦੇ ਵਿੱਚ ਉਹਦਾ ਵੀ 60ਵਾਂ ਜਿਹੜਾ ਵਰਾ 2029 ਚ, ਜਦ ਤੱਕ ਬਹੁਤ ਕੁਝ ਬਦਲ ਦੇਣਾ ਆਉਣ ਵਾਲੇ 5-7 ਸਾਲਾਂ ਚ। ਤੁਸੀਂ ਦੇਖਿਓ ਕੀ ਹੋ ਰਿਹਾ ਬ੍ਰਹਿਮੰਡ ਦੇ ਵਿੱਚ। ਹਾਲੇ ਤਾਂ ਨੇੜੇ ਵਾਲੇ ਚੱਕਰ 'ਚ ਫਿਰਦੇ ਨੇ, ਇਨਰ ਸੋਲਰ ਸਿਸਟਮ ਦੇ ਵਿੱਚ ਪੂਰੇ ਫਿਰਦੇ ਨੇ, ਪਰ ਰੌਚਕ ਬਹੁਤ ਹੈ। ਇਹਦੇ ਤੇ ਆਪਾਂ ਅੱਜ ਗੱਲਬਾਤ ਕਰਾਂਗੇ ਕਿ ਸਾਰੇ ਦੇਸ਼ ਕੋਸ਼ਿਸ਼ ਕਰ ਰਹੇ ਨੇ ਕਿ ਆਪਣੇ ਆਪਣੇ ਬੰਦੇ ਉਹ ਭੇਜ ਸਕਣ। ਤੇ ਜਿਨ੍ਹਾਂ ਦੇਸ਼ਾਂ ਦੇ ਕੋਲ ਗੱਲ ਇਹ ਹੈ ਕਿ ਜਿਨ੍ਹਾਂ ਦੇ ਕੋਲ ਸ਼ਕਤੀ ਹੈ, ਇਹ ਬਹੁਤ ਵੱਡਾ ਕੰਮ ਹੈ, ਬਹੁਤ ਵੱਡਾ ਪ੍ਰੋਜੈਕਟ ਹੈ ਤੇ ਬਹੁਤ ਵੱਡੀ ਜਿਹੜੀ ਇਹ ਇਸ਼ੂ ਹੈ। 2022 ਦੇ ਵਿੱਚ ਭਾਰਤ ਵੱਲੋਂ ਵੀ ਇਸ ਦੀ ਤਿਆਰੀ ਕੀਤੀ ਜਾ ਰਹੀ ਹੈ ਵੀ ਮਨੁੱਖ ਨੂੰ ਪੁਲਾੜ 'ਚ ਭੇਜਣਾ ਹੈ। ਉਹਨਾਂ ਨੇ ਵੀ ਤੇ ਚੰਦਰਯਾਨ ਦੀ ਤਿਆਰੀ ਆ, ਗਗਨਯਾਨ ਦੀ ਗੱਲ ਤਿਆਰੀ ਕੀਤੀ ਹੈ। 2022 ਦੇ ਵਿੱਚ 2022 ਚ ਸਪੇਸ ਮਿਸ਼ਨ
ਦੇ ਉੱਪਰ ਭਾਰਤ ਚੋਂ ਵੀ ਬੰਦੇ ਜਾਣਗੇ। ਇਹ ਪੁਲਾੜ ਬ੍ਰਹਿਮੰਡ ਇਸ ਦੀ ਗੱਲ ਆਪਾਂ ਅਕਸਰ ਕਰਦੇ ਰਹਿੰਦੇ ਆ। ਸਮਝਣ ਦੀ ਜ਼ਰੂਰਤ ਇਸ ਨੂੰ ਰੌਚਕ ਵਿਸ਼ਾ ਬਹੁਤ ਤੁਹਾਡੇ ਫੋਨ ਆਉਂਦੇ ਨੇ, ਹਫ਼ਤੇ 'ਚ ਇੱਕ ਵਾਰ ਗੱਲ ਕੀਤੀ ਜਾਵੇ। ਪਹਿਲੀ ਤਾਂ ਗੱਲ ਇਹ ਸਮਝਣ ਦੀ ਜ਼ਰੂਰਤ ਹੈ ਕਿ ਜਿਹੜੇ ਸਾਡੇ ਗ੍ਰਹਿ ਨੇ, ਜਿਹੜਾ ਜਿਹ 'ਚ ਸਾਡਾ ਧਰਤੀ ਇੱਕ ਗ੍ਰਹਿ ਆ, ਸਾਡੇ ਸੌਰ ਮੰਡਲ ਦੇ ਗ੍ਰਹਿ ਨੇ, ਇਹ ਖੜੇ ਕਿਹਦੇ ਸਹਾਰੇ ਨੇ? ਇਹਨੂੰ ਕੌਣ ਸਾਂਭ ਰਿਹਾ? ਇਹਦੀ ਗਤੀ ਕਿਹਨੇ ਸੈੱਟ ਕੀਤੀ? ਇਹਦੀ ਦੂਰੀ ਕਿਹਨੇ ਸੈੱਟ ਕੀਤੀ? ਧੁਰੇ ਦੇ ਆਲੇ ਦੁਆਲੇ ਵੀ ਘੁੰਮਦੇ ਨੇ, ਸੂਰਜ ਦੇ ਆਲੇ ਦੁਆਲੇ ਵੀ ਘੁੰਮਦੇ ਨੇ। ਪਹਿਲਾਂ ਨੇੜੇ ਦਾ, ਫਿਰ ਦੂਸਰੇ ਦਾ, ਫਿਰ ਧਰਤੀ ਹੈ, ਤੀਸਰੇ ਦੇ, ਚੌਥੇ ਤੇ ਮੰਗਲ ਹੈ। ਫਿਰ ਇਸ ਤਰ੍ਹਾਂ ਹੀ ਸ਼ਨੀ ਦੇ ਆਲੇ ਦੁਆਲੇ ਉਹਦੀ ਬੈਲਟ ਹੈ, ਬੈਲਟ ਦੇ ਵਿੱਚ ਉਹਦੇ ਗ੍ਰਹਿ ਨੇ, ਤੇ ਬਹੁਤ ਕੁਝ ਹੈ। ਹਲੇ 8-9 ਗ੍ਰਹਿਾਂ ਦੇ ਵਿੱਚ ਹੀ ਹਲੇ ਤਾਂ ਅਸੀਂ ਫਿਰਦੇ ਹਾਂ ਤੁਰੇ। ਲਾਈਟ ਈਅਰ ਦੇ ਵਿੱਚ ਇਸ ਨੂੰ ਮਿਲਿਆ ਜਾਂਦਾ। ਗਲੈਕਸੀ ਹੈ, ਤਾਰਿਆਂ ਦਾ ਵੱਡਾ ਸਮੂਹ ਆ। ਤਾਰਿਆਂ ਦੇ ਵੱਡੇ ਸਮੂਹ ਦੇ ਵਿੱਚੋਂ ਇੱਕ ਸੂਰਜ ਹੈ, ਤਾਰਾ ਵੱਡਾ। ਉਸ ਸੂਰਜ ਦੇ ਆਲੇ ਦੁਆਲੇ ਉਸ ਦੀ ਗੁਰੂਤਾ ਸ਼ਕਤੀ ਦੇ ਨਾਲ ਜਿਹੜਾ ਉਹਦੇ ਗ੍ਰਹਿ ਜਿਹੜੇ ਆਪਾਂ ਨੂੰ ਪਤਾ ਨੇ ਉਹ ਘੁੰਮ ਰਹੇ ਨੇ। ਫਿਰ ਸਾਰਾ, ਕਿਉਂਕਿ ਸੂਰਜ ਦੇ ਆਲੇ ਦੁਆਲੇ ਅਸੀਂ ਘੁੰਮਦੇ ਹਾਂ, ਸਾਰਾ ਸਾਡਾ ਸਿਸਟਮ ਫਿਰ ਜਿਹੜਾ ਉਹ ਆਕਾਸ਼ ਗੰਗਾ ਦੇ ਵਿੱਚ ਜਿਹੜਾ ਉਹ ਘੁੰਮਦਾ। ਕਿੰਨੀਆਂ ਆਕਾਸ਼ ਗੰਗਾ ਨੇ? ਕੋਈ ਅਰਬਾਂ ਦੀ ਗੱਲ ਕਰਦਾ, ਕੋਈ ਖਰਬਾਂ ਦੀ ਗੱਲ ਕਰਦਾ। ਇੱਕ ਇੱਕ ਆਕਾਸ਼ ਗੰਗਾ 'ਚ ਖਰਬਾਂ ਹੀ ਤਾਰਿਆਂ ਦੀ ਗੱਲ ਹੈ, ਜਿਨ੍ਹਾਂ ਦੇ ਜੀਵਨ ਦੀ ਬਹੁਤ ਤਸੱਲੀ ਹੈ ਕਿ ਜੀਵਨ ਹੋਏਗਾ। ਮੰਗਲਵਾਰ ਨੂੰ ਤਿਆਰੀਆਂ ਐਲਨ ਮਸਕ ਨੇ ਪਿਛਲੇ ਦਿਨੀ, ਹੁਣ ਸੁਪਰ ਜਿਹੜਾ ਉਹਦਾ ਸਪੇਸ ਕ੍ਰਾਫਟ ਹੈ ਵੱਡਾ, ਉਸ ਦੀ ਤਿਆਰੀਆਂ ਕਰ ਰਿਹਾ। ਕਦੇ ਅੱਗ ਲੱਗ ਜਾਂਦੀ, ਕਦੇ ਕੁਛ, ਇਹਦੇ 'ਚ ਸਭ ਕੁਛ ਬਣ ਰਿਹਾ ਉਹਦਾ। ਤੇ ਅਖੀਰ ਉਹਨੇ ਮੰਗਲ ਤੇ ਪੈਰ ਰਖਾਉਣਾ 5-7 ਸਾਲਾਂ ਦੇ, 5 ਸਾਲ ਮੈਕਸੀਮਮ 5 ਸਾਲ ਨੇ। ਇਸੇ ਤਰ੍ਹਾਂ ਹੀ ਜਿਵੇਂ ਪਹਿਲਾਂ ਚੰਦਰਮਾ ਦਾ ਲੱਗਦਾ ਸੀ ਵੀ ਯਾਰ ਚੰਦ ਤੇ ਵੀ ਬੰਦੇ ਜਾਂਦੇ ਹੁੰਦੇ, ਜਾਣਗੇ, ਤੇ ਫਿਰ ਚਲੇ ਗਏ। ਸਾਰੇ ਦੇਸ਼ ਨਹੀਂ ਜਾ ਸਕੇ। ਸਭ ਤੋਂ ਜਿਹੜੀ ਅਦਭੁਤ ਚੀਜ਼ ਹੈ ਇਸ ਸਮੇਂ ਸਾਡੇ ਇਸ ਵਿਗਿਆਨ ਦੇ ਵਿੱਚ, ਉਹ ਹੈ ਇੰਟਰਨੈਸ਼ਨਲ ਸਪੇਸ ਸਟੇਸ਼ਨ, ਜਿੱਥੇ ਜਾ ਕੇ 5-5, 6-6 ਬੰਦੇ ਵਿਗਿਆਨੀ ਅਲੱਗ-ਅਲੱਗ ਜਿਨ੍ਹਾਂ ਦਾ ਖੋਜ ਦਾ ਕੇਂਦਰ ਉਹ ਰਹਿੰਦੇ ਆ। ਜਾ ਕੇ ਹੈਰਾਨੀ ਹੈ ਵੀ ਉਹ ਘੁੰਮ ਰਿਹਾ, ਉਸ ਨੂੰ ਤੁਸੀਂ ਮੋਨੀਟਰ ਕਰ ਸਕਦੇ ਹੋ GPS ਰਾਹੀਂ। ਪਤਾ ਲੱਗ ਜਾਂਦਾ ਵੀ ਕਿੱਥੇ ਕਦੀ ਉਹ ਲੰਘਦਾ। ਕਈ ਵਾਰ ਨੀਵਾਂ ਹੁੰਦਾ, ਕਈ ਵਾਰ ਨੀਵਾਂ ਨਹੀਂ, ਉਹਦਾ ਤਾਂ ਐਲਟੀਟਿਊਡ ਇੱਕੋ ਹੀ ਹੈ, ਪਰ ਉਹ ਕਈ ਵਾਰ ਕੁਛ ਤੁਹਾਡੇ ਪ੍ਰਕਾਸ਼ ਕਰਕੇ ਤੁਹਾਨੂੰ ਦਿਖ ਜਾਂਦਾ। ਬਹੁਤ ਬੰਦੇ ਨੇ ਜਿਹੜੇ ਉਹਨੂੰ ਮੋਨੀਟਰ ਕਰਦੇ ਨੇ। ਤੇ ਦੂਰੋਂ ਜਾਂ ਧਰਤੀ ਨੂੰ ਆਪਾਂ ਵੇਖਦੇ ਹਾਂ, ਆਪਾਂ ਫੋਟੋਆਂ ਧਰਤੀ ਦੀਆਂ ਹੁਣ ਵੀ ਵੇਖ ਸਕਦੇ ਹਾਂ। ਦੇਖ ਲਓ ਕੀ ਹੈ, ਤੇ ਆਲੇ ਦੁਆਲੇ ਕੋਈ ਥੰਮਲੇ ਨਹੀਂ ਹੈ, ਕੋਈ ਚੀਜ਼ ਨਹੀਂ। ਇਹਦੇ ਦੇ ਆਲੇ ਦੁਆਲੇ ਖੜਾ ਹੈ, ਕੌਣ ਇਹਨੂੰ ਸੰਭਲਦਾ ਹੈ, ਕਿਵੇਂ ਇਹ ਤੁਰਦਾ ਹੈ। ਮੈਂ ਉਸ ਸਿਰਜਣਦਾਰ ਦੀ ਕੁਦਰਤ ਤੋਂ ਕੁਰਬਾਨ, ਹਵਾ ਵਿੱਚ ਖਲਿਆਰਤਾ ਬਿਨ ਥੰਮਿਓ ਸਮਾਨ। ਚੰਦ ਸੂਰਜ ਚਿਰਾਗ ਲਾਇਆ, ਤਾਰਿਆਂ ਨੇ ਬਾਗ ਖਾਜੇ, ਚੱਕਰ ਦਿਮਾਗ ਕੀ ਅਕਲ ਵਰਤੀ, ਕਿਸ ਵਿਦ ਪਾਣੀ ਤੇ ਟਿਕਾਈ ਧਰਤੀ। ਲੋਕ ਗਰਮ ਵਗੇ ਫਿਰ ਕਿਤੋਂ ਚੜ ਆਉਂਦਾ ਨੇਰ, ਜਿਸ ਵੇਲੇ ਹੋ ਜਾ ਮਿਹਰ ਸੱਚੀ ਪਾਤਸ਼ਾਹੀ ਦੀ, ਕਿਹੜੀ ਕਿਹੜੀ ਕਰਾਂ ਸਿਫਤ ਇਲਾਹੀ ਦੀ। ਇਹ ਕਿਵੇਂ ਉਹ ਗਤੀ ਬੰਨੀ ਆ, ਕਿਵੇਂ ਦੂਰੀ ਬੰਨੀ ਆ, ਤੇ ਕਿਵੇਂ ਉਹ ਉੱਡਿਆ ਫਿਰਦਾ। ਮਾੜੀ ਜਿਹੀ ਅੱਖਾਂ ਮੀਚ ਕੇ ਦੇਖੋ ਯਾਰ, ਸਾਡੀ ਧਰਤੀ ਤਾਂ ਉੱਡੀਓ ਫਿਰਦੀ ਹੈ ਇਸ ਬ੍ਰਹਿਮੰਡ ਦੇ ਵਿੱਚ, ਤੇ ਅਸੀਂ ਸਥਾਪਿਤ, ਅਸੀਂ ਕਿਵੇਂ, ਕਹਾਣੀ ਕਿਵੇਂ ਹੈ। ਗੁਰੂਤਾ ਸ਼ਕਤੀ ਖਿੱਚੀ ਤੁਰੀ ਜਾਂਦੀ ਹੈ। ਇੱਕ ਜਿਹੜਾ ਗੇੜਾ ਹੈ ਉੱਥੇ ਬੰਦ ਦਿੰਦੇ, ਜਿਵੇਂ ਇੰਟਰਨੈਸ਼ਨਲ ਸਪੇਸ ਸਟੇਸ਼ਨ ਨੂੰ ਬੰਨ੍ਹਦੇ ਨੇ। ਤੇ ਹੁਣ ਉਹ ਪਾਣੀ ਦਾ ਡੋਲੂ, ਜਿਵੇਂ ਆਪਾਂ ਘੁਮਾਉਂਦੇ ਲਿਆਉਂਦੇ ਹੁੰਦੇ ਸੀ ਪਾਣੀ ਦਾ ਡੋਲੂ ਭਰ ਕੇ ਨਲਕੇ ਤੋਂ, ਡੁੱਲਣ ਨਾ ਦਿੰਦੇ ਡੋਲੂ, ਇਸ ਤਰ੍ਹਾਂ ਹੀ ਆ ਬਸ। ਉਸਨੂੰ ਉਹ ਜਿਹੜੀ ਹੈ ਧਰਤੀ ਦੀ ਗੁਰੂਤਾ ਸ਼ਕਤੀ ਇੱਕ ਪੋਲ ਤੋਂ ਦੂਜੇ ਪੋਲ ਤੱਕ ਢੂਹੀ ਫਿਰਦੀ ਹੈ। ਨੀਮਾ ਆਉਂਦਾ ਥੋੜਾ ਜਿਹਾ, ਫਿਰ ਉਹਨੂੰ ਚੱਕ ਦਿੰਦੇ ਆ ਸਾਲ ਬਾਅਦ। ਤੇ ਬਸ ਉਹ ਦੇਖ ਰਿਹਾ ਸਾਡੇ ਕੀ ਹੋ ਰਿਹਾ, ਧਰਤੀ ਨੂੰ ਉਡੀਕ ਦੇਖਣ ਲਈ। ਹੁਣ ਉਹ ਸਾਡੇ ਸੋਲਰ ਸਿਸਟਮ ਦੇ ਵਿੱਚ ਸਾਨੂੰ, ਸਾਡੇ ਸੌਰ ਮੰਡਲ 'ਚ ਬਾਹਰਲੀਆਂ ਸ਼ਕਤੀਆਂ ਕਿੰਨੀਆਂ ਨੇ, ਅਨਆਇਡੈਂਟੀਫਾਈਡ ਜਿਹੜਾ ਫਲਾਈਂਗ ਆਬਜੈਕਟ ਹੈ, ਉਸ ਦੀਆਂ ਬੜੀਆਂ ਗੱਲਾਂ ਜਿਹੜੀਆਂ UFO ਦੀਆਂ ਚੱਲੀਆਂ ਨੇ, ਬਹੁਤ ਦੇਖਦੇ ਨੇ। ਗੋਲ ਚੱਲਣ ਵਾਲੀਆਂ ਫਿਲਮਾਂ ਬਹੁਤ ਬਣੀਆਂ ਨੇ, ਤੇ ਪਾਇਲਟਾਂ ਨੇ ਕਈਆਂ ਨੇ ਵੇਖਿਆ ਵੀ ਹੁਣ ਦਿਖੀ ਸੀ, ਹੁਣ ਚੱਲ ਗਈ। ਦੇਖੋ ਆਪਣੀ ਧਰਤ ਤੋਂ ਬਾਹਰ ਕਿਤੇ ਜੀਵਨ ਹੋ ਰਿਹਾ ਹੈ, ਇਹਦੀ ਤਾਂ ਗੱਲੇ ਨਹੀਂ ਤੁਸੀਂ ਕਰਦੇ। ਇਹਦਾ ਸਵਾਲੀਆ ਚਿੰਨ੍ਹ ਹੈ ਨਹੀਂ।
ਹੁਣ ਮੰਗਲ ਦੀ ਗੱਲ ਇਹ ਕਰ ਰਹੇ ਨੇ ਵੀ ਮੰਗਲ ਦੀ ਧਰਤੀ ਦੇ ਮੰਗਲ ਦੀ ਸਤ੍ਹਾ ਤੇ ਪਾਣੀ ਨਹੀਂ, ਮੰਗਲ ਦੇ ਉਹਦੇ ਗਰਭ ਦੇ ਵਿੱਚ ਪਾਣੀ ਹੈ, ਤੇ ਮੰਗਲ ਦੀ ਸਤ੍ਹਾ ਤੇ ਨਹੀਂ ਕੋਈ ਰਹਿੰਦਾ, ਮੰਗਲ ਦੇ ਵਿੱਚ ਰਹਿੰਦਾ ਕੋਈ ਪਤਾਲ 'ਚ। ਆਪਣੀ ਧਰਤੀ ਦੀਆਂ ਜਦ ਫੋਟੋਆਂ ਤੁਸੀਂ ਵੇਖਦੇ ਹੋ ਇਸ ਹੁਣ ਦੇ ਜਿਹੜੀ ਆਪਣੀ ਹੁਣ ਦੀ ਤਕਨੀਕ ਨੇ ਸਾਨੂੰ ਦੇਖਣ ਲਾਤਾ, ਡਰ ਲੱਗਦਾ। ਤੁਸੀਂ ਵੇਖ ਲਓ ਕਹਿੰਦਾ ਅੱਛਾ ਆਹੀ ਆ ਬਸ, ਇਹ ਤਾਂ ਯਾਰ ਆਲੇ ਦੁਆਲੇ ਕੱਖ ਨਹੀਂ, ਅਸੀਂ ਇਹਦੇ ਤੇ ਕਿਵੇਂ ਭੱਜੇ ਫਿਰਦੇ ਆ, ਜੇ ਇੱਧਰ ਉੱਧਰ ਹੋ ਜੇ ਥੋੜੀ ਬਹੁਤੀ ਘੁੰਮ ਘੰਮ ਜੇ ਇੱਧਰ ਖਤਮ ਕਹਾਣੀ। ਬਿਗ ਬੈਂਗ ਦੀ ਥਿਊਰੀ ਜਿਹੜੀ ਜਦ ਕਦੇ ਡਾਇਨਾਸੌਰ ਖਤਮ ਹੋਏ ਤੇ ਗੁਰੂਤਾ ਸ਼ਕਤੀਆਂ ਨੇ ਇਕੱਠੇ ਕਰ ਦਿੱਤੇ, ਗ੍ਰਹਿ ਬਣ ਗਏ, ਪਤਾ ਨਹੀਂ ਕੀ ਕੁਛ, ਬਲੈਕ ਹੋਲ ਨੂੰ ਬੰਦਾ ਭੱਜਿਆ ਫਿਰਦਾ ਵੀ ਗੱਭੇ ਇੱਕ ਵੱਡਾ ਗਲੈਕਸੀ ਦੇ ਵਿੱਚ ਬਲੈਕ ਹੋਲ ਹੈ ਤੇ ਆਕਾਸ਼ ਗੰਗਾ ਉਹਦੇ ਚ ਖਤਮ ਹੋ ਰਹੇ ਨੇ ਲੋਕ, ਉਹਦੇ ਨੇੜੇ ਦੀ ਨਹੀਂ ਕੋਈ ਜਾ ਸਕਦਾ। ਅਸਲ ਜੇ ਤੁਹਾਡਾ ਸ਼ੌਕ ਹੋਵੇ ਨਾ, ਕੁਝ ਫਿਲਮਾਂ ਹਾਲੀਵੁੱਡ ਦੀਆਂ ਜਿਨ੍ਹਾਂ ਨੇ ਬਹੁਤ ਸੋਹਣੀਆਂ ਬਣਾਈਆਂ ਨੇ, ਇੰਨੀ ਮਿਹਨਤ ਨਾਲ ਬਣਾਈਆਂ ਨੇ, ਗ੍ਰੈਵਿਟੀ ਇੱਕ ਉਹਦੇ ਚ, ਮਾਰਸ਼ਨ ਵੀ ਇੱਕ ਜਿਹੜੀ ਬਹੁਤ ਵਧੀਆ ਫਿਲਮ, ਤੇ ਉਹ ਇਹ ਵੇਖਣ ਵਾਲੀਆਂ। ਤੇ ਭਵਿੱਖ ਪੁਲਾੜ ਦੇ ਵਿੱਚ ਕੀ ਕੀ ਹੋਣ ਜਾ ਰਿਹਾ ਹੈ ਵਪਾਰਕ ਸੰਦੇਸ਼ਾਂ ਤੋਂ ਬਾਅਦ ਤੁਹਾਨੂੰ ਦੱਸਦਾ। 12:47 ਹੋਇਆ ਜੀ। ਜਿਨ੍ਹਾਂ ਦਾ ਇਸ ਸਬਜੈਕਟ ਨੂੰ ਪਿਆਰ ਕਰਦੇ ਨੇ, ਜਿਨ੍ਹਾਂ ਦੀ ਪਕੜ ਹੈ, ਪਲੀਜ਼ ਪਾਲਣ ਕਰਿਆ ਕਰੋ, ਇਹ ਬਹੁਤ ਵਿਸ਼ਾਲ ਹੈ। 1844 247 1550 1844 247 1510 ਤੇ ਪ੍ਰੋਗਰਾਮ ਦੇ ਸਪਾਂਸਰ ਹਨ ਬਲੂਪ੍ਰਿੰਟ ਵਾਲੇ, blueprint.ca, ਇੱਕ ਅਜਿਹੀ ਵੈਬਸਾਈਟ ਜਿੱਥੇ ਘਰ ਬਣਾਉਣ ਵਾਲਿਆਂ ਦੀ ਸਹਾਇਤਾ ਦੇ ਲਈ ਟ੍ਰੇਡਸਮੈਨ ਸਾਰੇ ਉਹਦੇ ਤੇ ਆਪਣਾ ਪ੍ਰੋਫਾਈਲ ਤੇ ਆਪਣੀ ਕੰਪਨੀ ਲੋਡ ਕਰ ਰਹੇ ਨੇ। ਤੁਸੀਂ ਆਪਣੀ ਡਰਾਇੰਗ ਉਹਦੇ ਤੇ ਲੋਡ ਕਰਕੇ ਤੇ ਉੱਥੋਂ ਹੀ ਤੁਸੀਂ ਕੋਟੇਸ਼ਨਾਂ ਵਗੈਰਾ ਲੈ ਸਕਦੇ ਹੋ, ਸੌਖਾ ਹੋ ਜੂ। ਥੋੜਾ ਜਿਹਾ ਇਹ ਤੁਹਾਨੂੰ ਪੇਚੀਦਾ ਲੱਗਦਾ ਪਰ ਨਹੀਂ, ਇਸ ਤਰ੍ਹਾਂ ਨਹੀਂ ਹੈ, ਬਹੁਤ ਸਿੰਪਲ ਹੈ। ਬਲੂਪ੍ਰਿੰਟ ਤੇ ਜੇ ਜਾਓਗੇ BLUPRINT.ca ਸਾਰੀ ਜਾਣਕਾਰੀ ਤੁਹਾਨੂੰ ਮਿਲੇਗੀ। ਬਲੂਪ੍ਰਿੰਟ ਤੇ ਤੁਸੀਂ ਜਾ ਕੇ ਆਪਣਾ ਜਿਹੜਾ ਸਾਲ ਨੂੰ 6 ਮਹੀਨੇ ਨੂੰ ਘਰ ਬਣਾ ਰਹੇ ਹੋ ਉਸ ਦੀ ਪਲੈਨਿੰਗ, ਉੱਥੋਂ ਡਿਜ਼ਾਈਨ, ਬਹੁਤ ਉਸ ਤੋਂ ਸਹੂਲਤ ਮਿਲ ਸਕਦੀ ਹੈ ਉੱਥੋਂ। ਜਿਹੜੀਆਂ ਕੁਛ ਤੁਹਾਨੂੰ ਨਵੇਂ ਆਈਡੀਏ, ਕਿਉਂਕਿ ਜਿਉਂ-ਜਿਉਂ ਟ੍ਰੇਡਸਮੈਨ ਇਹਦੇ ਤੇ ਜਾਣਗੇ ਆਪਣੇ ਤਜਰਬੇ, ਨਵੀਂ ਇਨੋਵੇਸ਼ਨ, ਨਵਾਂ ਕੰਮ ਜਿਹੜਾ ਉਹ ਦੱਸਣਗੇ ਕਿ ਅਸੀਂ ਆਹ ਕਰਤੇ, ਆਹ ਕੀਤਾ, ਆਹ ਕਰਤੇ, ਆਹ ਕੀਤਾ। ਰਿਵਿਊ ਹੋਣਗੇ, ਵਧੀਆ ਟ੍ਰੇਡਸਮੈਨ ਨੂੰ ਕੰਮ ਮਿਲੂ, ਵਧੀਆ ਘਰ ਤੁਸੀਂ ਬਣਾ ਸਕੋ, ਕਿਉਂਕਿ ਹਰ ਰੋਜ਼ ਇੱਕ ਨਵੀਂ ਚੀਜ਼ ਬਣ ਰਹੀ ਹੈ। ਘਰ ਤੁਹਾਡਾ ਜੇ ਓਵਰਆਲ ਤੁਸੀਂ ਸਮਝਦੇ ਹੋ ਘਰ ਨੂੰ ਆਪਣੇ ਨੂੰ, ਤਾਂ ਹੈ ਹੀ ਕੱਖ ਨਹੀਂ ਇੱਥੇ ਦੇ ਘਰਾਂ ਨੂੰ, ਤੇ ਪਰ ਸੁਰੱਖਿਅਤ ਵੀ ਬਹੁਤ। ਲੱਕੜ ਦੀਆਂ ਕੰਧਾਂ ਬੰਨੀਆਂ ਹੋਈਆਂ ਨੇ, ਥੱਲਿਓਂ ਐਂਕਰ ਤੋਂ ਲੈ ਕੇ ਉੱਪਰੋਂ ਟਰੱਸਸ ਨਾਲ ਬੰਨ੍ਹਤੀਆਂ, ਗੱਭੇ ਪਾਣੀ ਦੀਆਂ ਪਾਈਪਾਂ ਚੱਲਦੀਆਂ ਨੇ, ਗੱਭੇ ਸਿਸਟਮ ਚੱਲਦਾ ਹੈ, ਜਿਹਨੂੰ ਕਿਤੇ ਵੀ ਤੁਸੀਂ ਲੀਕੇਜ ਦੀ ਜਿਹੜੀ ਭੋਰਾ ਵੀ ਮਤਲਬ 1.001% ਵੀ ਨਹੀਂ ਰੱਖ ਸਕਦੇ। ਤੇ ਕਿੱਥੋਂ ਪਾਣੀ ਲੀਕ ਹੋ ਗਿਆ, ਘਰ ਤੁਹਾਡਾ ਗਿਆ, ਪਤਾ ਨਹੀਂ ਕਿੱਥੋਂ ਲੀਕ ਹੋ, ਕੀ ਹੋ। ਸੋ ਇਹ ਚੀਜ਼ਾਂ, ਉਹਦੇ ਬਾਅਦ ਇਨਸੂਲੇਸ਼ਨ ਨਵੀਂ ਜਿਹੜੀ ਹੁਣ ਜਿਹੜੀ ਕਨਵੈਨਸ਼ਨਲ ਇਨਸੂਲੇਸ਼ਨ ਤੋਂ ਬਿਨਾਂ ਹੁਣ ਮਤਲਬ ਇੱਕ ਲਿਕੁਇਡ ਟਾਈਪ ਜਿਹੜੀ ਨਵੀਂ ਇਨਸੂਲੇਸ਼ਨ ਜੇ ਦੇਖੀ ਜਾਵੇ ਤੁਸੀਂ ਹੋਮਸ ਨੂੰ ਜਦ ਤੁਸੀਂ ਦੇਖਦੇ ਹੋ ਨਾ, ਉਹਦੇ ਬਹੁਤ ਵਧੀਆ ਇੱਕ ਬੰਦਾ ਪ੍ਰੋਫੈਸ਼ਨਲ, ਨਵੀਆਂ ਚੀਜ਼ਾਂ ਆਉਂਦੀਆਂ ਨੇ ਘਰ ਤੇ। ਤੁਹਾਨੂੰ ਜਦ ਘਰ ਬਣਾ ਕੇ ਤੁਰਦੇ ਹੋ ਤਾਂ ਤੁਹਾਨੂੰ ਉਸੇ ਸਮੇਂ ਘਰ ਤੇ ਪਤਾ ਲੱਗਣ ਲੱਗ ਜਾਂਦਾ ਵੀ ਆਹ ਗਲਤ ਆ, ਆਹ ਗਲਤ ਰਹਿ ਗਿਆ, ਆਹ ਗਲਤ ਰਹਿ ਗਿਆ। ਸੋ ਕੋਸ਼ਿਸ਼ ਕਰਕੇ ਵੱਧ ਤੋਂ ਵੱਧ ਵਧੀਆ ਘਰ ਬਣਾਉਣ ਲਈ ਸਮਾਂ ਸਪੈਂਡ ਕਰੋ ਪਲੀਜ਼। ਇਨਵੈਸਟਮੈਂਟ ਬਹੁਤ, 25,000 ਦੀ ਕਾਰ ਲੱਭਣ ਲਈ ਅਸੀਂ 1.5 ਹਫ਼ਤਾ ਲਾਉਣੇ ਆ, 1.5 ਮਿਲੀਅਨ 2 ਮਿਲੀਅਨ ਦੀ ਇਨਵੈਸਟਮੈਂਟ ਆ, ਉਹਦੇ ਤੇ ਕੰਮ ਨਹੀਂ ਕਰਦੇ ਕਿਸੇ ਦੇ ਸਾਰੇ। ਸਾਡਾ ਘਰ ਦਾ ਰੰਗ ਕੋਈ ਵੰਨ ਕਰੂ, ਟਾਈਲਾਂ ਕੋਈ ਪਸੰਦ ਕਰੂ, ਇਹ ਸਭ ਕੱਚੀਆਂ ਗੱਲਾਂ। ਰਹਿਣਾ ਤੁਸੀਂ ਹੈ, ਤੁਸੀਂ ਘਰ ਦੇ ਟੇਸਟ ਦੇ ਹਿਸਾਬ ਨਾਲ ਆਪ ਕੰਮ ਕਰੋਗੇ। ਇਹ ਕਿਉਂ ਦਿੰਦੇ ਹੋ ਤੁਸੀਂ ਕਿਸੇ ਨੂੰ, ਕੋਈ ਫਾਇਦਾ ਨਹੀਂ। ਮੁੜ ਕੇ ਫਿਰ ਤੁਹਾਡੀਆਂ ਕਸ਼ੀਦਗੀ ਆਹ ਨਹੀਂ ਹੈ ਜੀ, ਉਹ ਨਹੀਂ ਹੈ। ਘਰ ਦੀਆਂ ਇਸਤਰੀਆਂ ਇਸ ਦਾ ਰੋਲ ਲੈਣ, ਘਰ ਦੇ ਕਿਹੜੇ ਰੰਗ ਕਿੱਥੇ ਕਰਨੇ ਨੇ, ਕਿਹੋ ਜਿਹੀ ਟਾਇਲ ਲਾਉਣੀ ਹੈ, ਉਹ ਕਰ ਸਕਦੀਆਂ ਨੇ। ਬਹੁਤ ਬੀਬੀਆਂ ਕਰਦੀਆਂ ਘਰਾਂ ਦਾ ਕੰਮ ਆਪ, ਘਰ ਜਿਨ੍ਹਾਂ ਨੂੰ ਵਧੀਆ ਲੱਗਣਾ। ਸਾਈਜ਼ ਰੂਮਾਂ ਦੇ ਕੀ ਹੋਣ, ਵਾਸ਼ਰੂਮ ਕਿੰਨੇ ਚਾਹੀਦੇ ਨੇ, ਕਿੰਨਿਆਂ ਦੀ ਜ਼ਰੂਰਤ ਹੈ, ਡਰਾਇੰਗ ਰੂਮ ਤੁਹਾਡਾ ਫੈਮਿਲੀ ਰੂਮ ਤੇ ਲਿਵਿੰਗ ਰੂਮ ਕਿਹੋ ਜਿਹਾ ਹੋਵੇ, ਲਾਈਟਾਂ ਕਿੰਨੀਆਂ ਲਾਉਣੀਆਂ ਨੇ। ਮਾਸਟਰ ਬੈਡਰੂਮ 'ਚ 7 ਲਾਈਟਾਂ, 10 ਲਾਈਟਾਂ, ਪੌਟ ਲਾਈਨਾਂ ਠੋਕ ਦਿੰਦੇ ਨੇ, ਵਿੱਚ ਸ਼ੈਂਡਰੀਅਰ ਲਮਕਾ ਦਿੰਦੇ ਨੇ। ਕੀ ਮਾਸਟਰ ਬੈਡਰੂਮ ਦੇ ਵਿੱਚ ਲਾਈਟਾਂ ਦੀ ਲੋੜ ਹੈ? ਨਹੀਂ, ਬਿਲਕੁਲ ਨਹੀਂ। 2 ਤੁਹਾਡੇ ਵਧੀਆ ਟੇਬਲ ਲੈਂਪ ਚਾਹੀਦੇ ਨੇ ਜਿੱਥੇ ਤੁਸੀਂ ਬੈਠ ਕੇ ਪੜ੍ਹੋ। ਵਾਕ ਇਨ ਕਲੋਜ਼ਟ 'ਚ ਲਾਈਟ ਚਾਹੀਦੀ ਹੈ। ਸਿਰਫ
ਇਹ ਪੋਰਟ ਲਾਈਟਾਂ $10-15 ਦੀ 45 ਦੀ 40 ਦੀ ਵਿਕੂਗੀ, ਉਹ ਚ ਘੜੀਸਾ ਬੰਦ ਹੁੰਦੇ ਨੇ ਮਾੜੇ ਬੰਦੇ ਦਾ। ਇਹਦਾ ਖਿਆਲ ਆਪ ਰੱਖਣ ਲਈ ਨਵੇਂ ਆਈਡੀਏ ਨੇ ਇਹਦੇ ਚ, ਬਸ ਨਵੇਂ ਆਈਡੀਏ ਦੇ ਨਾਲ ਨਵਾਂ ਘਰ ਤੁਸੀਂ ਜਿਹੜਾ ਵਧੀਆ ਜਿਵੇਂ ਬਣਾ ਸਕਦੇ ਹੋ। blueprint.ca ਤੇ ਬਹੁਤ ਜਾਣਕਾਰੀ ਤੁਹਾਨੂੰ ਮਿਲ ਸਕਦੀ ਹੈ। ਬੜੇ ਲਾਇਸੈਂਸਡ ਬਿਲਡਰ ਨੇ ਜਿਨ੍ਹਾਂ ਨੇ ਇਹ ਤਜਰਬੇ ਨਾਲ ਇਹਨੂੰ ਕੀਤਾ। ਕਮਰਸ਼ੀਅਲ ਪ੍ਰੋਜੈਕਟਸ ਜੇ ਤੁਸੀਂ ਕਰਨੇ ਨੇ, ਉਸ ਤੋਂ ਬਾਅਦ ਰੈਜ਼ੀਡੈਂਸ਼ੀਅਲ ਪ੍ਰੋਜੈਕਟਸ ਨੇ, ਬਲੂਪ੍ਰਿੰਟ ਸਾਰੇ ਡਿਵੈਲਪਰਸ ਤੇ ਕੰਟਰੈਕਟਰ ਨੂੰ ਵੀ ਇਹਦੇ ਤੇ ਸੱਦਾ ਦਿੰਦੇ ਨੇ ਵੀ ਤੁਸੀਂ ਇਹਦੇ ਤੇ ਜੁਆਇਨ ਕਰੋ blueprint.ca। ਅੱਛਾ, ਘਰ ਦੇ ਵਿੱਚ ਰੇਲਿੰਗ ਦਾ ਕੰਮ ਕਰਾਉਣਾ ਹੈ, ਜਿਹੜੀ ਪਹਿਲਾਂ ਟ੍ਰੈਡੀਸ਼ਨਲ ਲੱਕੜ ਦੀ ਸਾਰੀ ਰੇਲਿੰਗ ਤੇ ਉਸ ਤੋਂ ਬਾਅਦ ਮੈਟਲ ਦੀ ਰੇਲਿੰਗ ਤੇ ਗਲਾਸ ਰੇਲਿੰਗ ਹੁਣ ਅਲੱਗ-ਅਲੱਗ ਲੱਗਦੀ ਹੈ। 600-770-270-3426 ਜਿਹਦੇ ਤੇ ਤੁਸੀਂ KWC ਪ੍ਰੋਡਕਸ਼ਨ ਤੇ ਗੱਲਬਾਤ ਕਰ ਸਕਦੇ ਹੋ। 770-246-3426। ਅੱਛਾ, ਹੁਣ ਦੂਜੇ ਪਾਸੇ ਨੂੰ ਜਿੱਧਰ ਨੂੰ ਜਾ ਰਹੇ ਹਾਂ, ਠੀਕ ਹੈ, ਇੱਕ ਤਾਂ ਸੋਲਰ ਸਿਸਟਮ ਨੂੰ ਲੱਭਣ ਲਈ ਸਾਡੇ ਸਪੇਸ ਕ੍ਰਾਫਟ ਜੀ ਅਸੀਂ ਮੰਗਲ ਤੇ ਜਾਣਾ ਜੀ, ਅਸੀਂ ਚੀਨ ਤੇ ਰਸ਼ੀਆ ਨੇ ਕਹਿਤਾ ਵੀ ਅਸੀਂ ਚੰਦ ਦਾ ਇੰਟਰਨੈਸ਼ਨਲ ਸਪੇਸ ਸਟੇਸ਼ਨ ਬਣਾਉਣਾ। ਉਹ ਤਾਂ ਗੱਲ ਠੀਕ ਹੈ, ਪਰ ਮਨੁੱਖ ਦੀ ਵਿਨਾਸ਼ ਦੇ ਲਈ ਜਿਹੜੀਆਂ ਸੈਟੇਲਾਈਟਸ ਛੱਡੀਆਂ ਹੋਈਆਂ ਨੇ 31 ਮਾਰਚ 2020 ਤੱਕ 2600 ਸੈਟੇਲਾਈਟ ਸੀ, ਜਿਹਦੇ ਤੋਂ 1350 ਅਮਰੀਕਾ ਦੀਆਂ ਨੇ ਤੇ ਚਾਈਨਾ ਦੀਆਂ 363 ਤੇ ਹੁਣ ਇਹ ਸੈਟੇਲਾਈਟਸ ਤੁਹਾਡਾ ਜੀਵਨ ਸਾਰਾ ਕੰਟਰੋਲ ਕਰ ਰਹੀਆਂ ਨੇ ਉੱਪਰ ਤੋਂ, ਇਹਦੇ ਰਾਹੀਂ ਸਭ ਕੁਝ ਹੈ। ਹੁਣ ਇਹਨੂੰ ਸਾਂਭਣ ਲਈ ਕਿ ਇੱਥੋਂ ਜਿਹੜਾ ਅਟੈਕ, ਇੱਥੋਂ ਜਿਹੜਾ ਕੁਝ ਹੋਣਾ, ਉਹਦੇ ਲਈ ਹੁਣ ਨਵੀਂ ਜਿਹੜੀ ਲਾਈਨ ਹੈ ਹਥਿਆਰਾਂ ਦੀ ਉਹ ਚੱਲ ਰਹੀ ਹੈ। ਬੋਇੰਗ ਵਾਲੇ ਬਣਾ ਰਹੇ ਨੇ ਸਪੇਸ ਕ੍ਰਾਫਟ, ਇੱਕ ਛੋਟਾ ਜਿਹਾ ਜਿਹੜਾ ਸੈਟੇਲਾਈਟਸ ਨੂੰ ਉੱਪਰ ਮੋਨੀਟਰ ਕਰਨ ਲਈ ਜਾਊਗਾ, ਕਿਹੜੀ ਸੈਟੇਲਾਈਟਸ ਕੀ ਕਰ ਰਹੀ। ਇੱਕ ਬਹੁਤ ਵੱਡਾ ਨਵਾਂ ਹਥਿਆਰ ਜਿਹੜਾ ਜਿਹਦੇ ਤੇ ਕਹਾਣੀ ਚੱਲ ਰਹੀ ਆ ਉਹ ਇਹ ਹੈ ਕਿ ਲੇਜ਼ਰ ਅਟੈਕ, ਜਿਹੜਾ ਪਲਾਟ ਦੇ ਵਿੱਚੋਂ ਲੇਜ਼ਰ ਜਿਹੜਾ ਅਟੈਕ ਆ ਸਾੜਨ ਦਾ, ਜਿਹੜਾ ਬਰਬਾਦੀ ਦਾ ਇੱਕ ਕਾਰਨ ਹੋ ਸਕਦਾ, ਉਸ ਦੇ ਲਈ ਹਾਈਪਰਸੋਨਿਕ ਜਿਹੜੀਆਂ ਮਿਸਲਸ ਨੇ, ਜਿਹੜੀਆਂ ਆਵਾਜ਼ ਦੀ ਗਤੀ ਤੋਂ 5 ਗੁਣਾ ਤੇਜ਼ ਚੱਲਦੀਆਂ ਨੇ, ਉਹਨਾਂ ਨੂੰ ਗੱਲ ਚੱਲ ਰਹੀ ਹੈ ਵੀ ਪਲਾਟ ਦੇ ਵਿੱਚ ਉਹਨਾਂ ਨੂੰ ਪਲਾਂਟ ਕੀਤਾ ਜਾਵੇ। ਉਹ ਗੱਲ ਠੀਕ ਹੈ ਵੀ ਜਦ ਉਹਨੇ ਧਰਤੀ ਦੇ ਵਾਤਾਵਰਨ ਦੇ ਵਿੱਚ ਵੜਨਾ, ਐਟਮੋਸਫੀਅਰ ਚ ਵੜਨਾ, ਤਾਂ ਬੜੀ ਹੀਟ ਆ 2400-2500 ਡਿਗਰੀ ਸੈਲਸੀਅਸ ਦੀ, ਜਿਹੜੀ ਕੋਈ ਵੀ ਮੈਟਲ ਉਹਦੇ ਤੇ ਕਿਹੜੀ ਮਿਜ਼ਾਈਲ ਤੇ ਕਿਹੜੀ ਮੈਟਲ ਲੱਗੇ ਕਿ ਉਹ ਪਿਘਲ ਨਾ ਜਾਵੇ, ਉਸ ਦੀਆਂ ਕਹਾਣੀਆਂ ਚੱਲ ਰਹੀਆਂ ਨੇ। ਮਤਲਬ ਤੁਸੀਂ ਜਿੱਧਰ ਨੂੰ ਹੁਣ ਗੱਲ ਜਾ ਰਹੀ ਆ ਆਉਣ ਵਾਲੇ 5-7 ਸਾਲਾਂ ਦੇ ਵਿੱਚ, ਹੁਣ ਪਲਾਟ ਤਾਂ ਹੁਣ ਵੀ ਸਾਡਾ ਕੁਛ ਨਹੀਂ ਹੈ। ਜੇ ਤੁਸੀਂ ਸਟਾਰਲਿੰਕ ਦੇਖਦੇ ਹੋ, ਜਿਹੜੀ ਇਲਾਨ ਮਸਕ ਨੇ ਛੱਡੀਆਂ ਨੇ, ਉਹ ਸਾਰਾ ਉੱਪਰੋਂ ਕੀ ਕਰਨਾ, ਉਹਨੇ ਲਾਈਨਾਂ ਦੀਆਂ ਲਾਈਨਾਂ ਲਾ ਕੇ ਉੱਪਰ ਇਹਦੀਆਂ ਆਪਣੇ ਛੋਟੀਆਂ ਸੈਟੇਲਾਈਟਸ ਦੀਆਂ, ਉਹਦੇ ਨਾਲ ਉਹ ਤੁਹਾਨੂੰ ਇੰਟਰਨੈਟ ਪ੍ਰੋਵਾਈਡ ਕਰ ਰਿਹਾ। ਨਾ ਕੋਈ ਤਾਰ, ਨਾ ਕੋਈ ਪੋਲ, ਨਾ ਕੋਈ ਗੱਲ, ਨਾ ਕੋਈ ਕਹਾਣੀ। ਜਿੱਥੇ ਇਨਫਰਾਸਟ੍ਰਕਚਰ ਹੈ ਨਹੀਂ, ਜਿੱਥੇ ਚੀਜ਼ਾਂ ਹੈ ਨਹੀਂ, ਉਹ ਕਹਿੰਦਾ ਵੀ ਤੁਹਾਨੂੰ ਦਵਾਂ $70, $80, $90 ਤੋਂ ਪੈਕੇਜ ਸ਼ੁਰੂ ਹੋਏਗਾ। ਤੁਸੀਂ ਵੇਖਿਓ ਆਉਣ ਵਾਲੇ 2-3 ਸਾਲਾਂ ਤੱਕ ਆ ਜਿਹੜੀਆਂ ਘਰਾਂ ਚ ਮੋਡਮ ਜੇ ਤੇ ਉਹ ਇਹ ਡਿਸਅਪੀਅਰ ਹੋ ਜਾਣਾ ਨੇ 5-4 ਸਾਲਾਂ। ਤੁਸੀਂ ਦੇਖਿਓ ਕੀ ਬਣਨਾ ਕੀ। ਹੁਣ ਵੀ ਤੁਹਾਡੀ ਗੱਡੀ, ਤੁਹਾਡਾ GPS ਸਿਸਟਮ ਜਿਹੜਾ ਇਕਵਿਪਡ ਹੈ, ਇਹ ਹੁਣ ਸਾਰਾ ਕੁਝ ਪ੍ਰੋਜੈਕਟ ਫੋਰਸ, ਇੱਕ ਜਿਹੜਾ ਨਵਾਂ ਇਸ਼ੂ ਚੱਲਿਆ ਹਾਈਪਰਸੋਨਿਕ ਵੈਪਨ ਦਾ, ਇਹ ਸਾਰੀ ਦੁਨੀਆ ਦੇ ਵਿੱਚ ਵੱਡੇ ਜਿਹੜੇ ਲੋਕ ਨੇ ਉਹ ਨੈਕਸਟ ਫਰੰਟੀਅਰ ਇਸ ਨੂੰ ਸੈੱਟ ਕਰ ਰਹੇ ਨੇ। ਹਾਈਪਰਸੋਨਿਕ ਵੈਪਨ ਨੇ ਜਿਹੜੇ ਉਹ 400 ਕਿਲੋਮੀਟਰ ਪਰ ਆਵਰ ਦੇ ਨਾਲ ਜਿਹੜਾ ਉਹਨਾਂ ਨੇ ਫਲਾਈ ਕਰਨਾ, ਤੇ ਤੁਸੀਂ ਸੋਚ ਸਕਦੇ ਹੋ 5 ਟਾਈਮਸ ਜਿਹੜੀ ਸਪੀਡ ਦੀ ਸਾਊਂਡ ਤੋਂ 874 ਕਿਲੋਮੀਟਰ ਪਰ ਆਵਰ ਦੇ ਨਾਲ। ਤੇ ਬੈਲਿਸਟਿਕ ਜਿਹੜੀਆਂ ਮਿਸਲਸ ਨੇ ਆਲਰੇਡੀ ਜਿਹੜੀਆਂ ਨੇ ਉਹ ਬਹੁਤ ਤੇਜ਼ ਨੇ। ਉਹ ਆਇਰਨ ਡੋਮ ਉਹਨਾਂ ਨੂੰ ਫਸਾ ਲੈਂਦਾ ਤੇ ਉਹਨੂੰ ਜਿਹੜਾ ਲੋਕਾਂ ਨੇ, ਜਿਹੜੇ ਦੇਸ਼ ਦੇ ਵਿੱਚ ਉਹਦੀ ਸੁਰੱਖਿਆ ਬਣਾਈ ਹੋਈ ਹੈ, ਐਂਟੀ ਮਿਸਲ ਸਿਸਟਮ ਆ, ਉਹ ਥੱਲੇ ਧਰਤੀ ਤੋਂ ਮਿਜ਼ਾਈਲਾਂ ਦਾਗੀਆਂ ਜਾਂਦੀਆਂ ਨੇ, ਉਹਨੂੰ ਇੰਟਰਸੈਪਟ ਕਰ ਦਿੰਦੇ। ਪਰ ਜਿਹੜੀਆਂ ਅਸਮਾਨ ਤੋਂ ਸਿੱਟਣੀਆਂ, ਉਹ ਅਸਮਾਨ ਵਾਲੀਆਂ ਨੂੰ ਧਰਤੀ ਦੇ ਆਇਰਨ ਡੋਮ ਨੇ ਜਿਹੜੇ ਉਹ ਕੰਟਰੋਲ ਨਹੀਂ ਕਰ ਸਕਦੇ। ਤੇ ਇੱਕ ਇਹਦੇ ਚ ਹਾਈਪਰਸੋਨਿਕ ਗਲਾਈਡ ਵਹੀਕਲ ਹੋਣੇ ਨੇ, ਤੇ
ਜਿਹੜੇ ਧਰਤੀ ਤੋਂ ਬਾਹਰ ਨਿਕਲ ਜਾਣਗੇ, ਧਰਤੀ ਦੇ ਐਟਮੋਸਫੀਅਰ ਤੋਂ ਬਾਹਰ ਜਾ ਕੇ ਉੱਪਰਲੇ ਪਾਸੇ ਜਾ ਕੇ ਫਿਰ ਜਿਹੜੇ ਦੇਸ਼ ਤੇ ਡਿੱਗਣਾ ਉੱਥੇ ਡਿੱਗਣ। ਤੇ ਜਦ ਉਹਨੂੰ ਕੰਟਰੋਲ ਕਰਨਾ ਬਹੁਤ ਔਖਾ ਹੋਏ। ਅੱਛਾ, ਤੇ ਦੂਜੀ ਹਾਈਪਰਸੋਨਿਕ ਕਰੂਜ਼ ਮਿਸਲ ਜਿਹੜੀਆਂ ਹੋਣਗੀਆਂ ਉਹ ਇੰਨੀਆਂ ਤੇਜ਼ ਤਾਂ ਨਹੀਂ ਹੋਣੀਆਂ, ਤੇ ਬਹੁਤ ਹਾਈ ਸਪੀਡ ਤੇ ਉਹਨਾਂ ਨੇ ਜਿਹੜਾ ਨਿਕਲਣਾ। ਤੇ ਇੰਡੀਅਨ ਆਰਮੀ ਨੇ ਬ੍ਰਹਮੋਸ ਜਿਹੜੀ ਇਹ ਸੁਪਰਸੋਨਿਕ ਕਰੂਜ਼ ਮਿਸਲ ਜਿਹੜੀ ਡਿਸਪਲੇ ਕੀਤੀ 2007 ਚ, ਬ੍ਰਹਮੋਸ ਉਹਦਾ ਨਾਮ ਸੀ। ਮਤਲਬ ਸਾਰੇ ਲੋਕ ਜਦ ਇਹਨਾਂ ਨੇ ਮੁੜ ਕੇ ਆਉਣਾ 2200 ਡਿਗਰੀ ਸੈਲਸੀਅਸ ਜਿਹੜਾ ਆਪਦਾ ਟੈਂਪਰੇਚਰ ਜਦ ਉਹਨੇ ਬਣਨਾ ਉਹਦੇ ਵਿੱਚ ਆ ਕੇ, ਤੇ ਹੁਣ ਸਭ ਜਿਹੜੀ ਟਿਟੇਨੀਅਮ ਹੈ ਉਹ 1670 ਡਿਗਰੀ ਤੇ ਮਿਜ਼ਾਈਲ ਜਿਹੜੀ ਆ ਉਹ ਮੈਲਟ ਕਰ ਦਿੰਦੀ। ਤੇ ਹੁਣ ਬਹੁਤ ਹਾਈਲੀ ਕੰਪਲੈਕਸ ਮਟੀਰੀਅਲ ਦੇ ਨਾਲ ਇਹ ਬਣਨਾ। ਜਦ ਵੀ ਮੁੜ ਕੇ ਆਉਣ ਤਾਂ ਧਰਤੀ ਦੇ ਵਿੱਚ ਪਿਘਲ ਨਾ ਜਾਣ। ਨਿਕਲ ਜਾਣ ਤੋਂ ਬਾਅਦ ਜਦ ਵਾਪਸ ਉਹਨਾਂ ਨੇ ਮੁੜਨਾ, ਤੇ ਮਤਲਬ ਕਮਿਊਨੀਕੇਸ਼ਨ ਦੀ ਪ੍ਰੋਬਲਮ ਜਿਹੜੀ ਇਹਨਾਂ ਦੀ ਹੋਏਗੀ, ਪਰ ਉਸ ਨੂੰ ਉਹਦੇ ਆਲੇ ਦੁਆਲੇ ਇੱਕ ਸਿਸਟਮ ਹੈ ਜਾਂ ਬਣਾਉਣਾ ਜਿਸ ਨੂੰ ਪਲਾਜ਼ਮਾ ਉਹ ਕਹਿੰਦੇ ਨੇ, ਤੇ ਨਾਰਮਲ ਰੇਡੀਓ ਕਮਿਊਨੀਕੇਸ਼ਨ ਤੋਂ ਉਹਨੂੰ ਪੈਨੀਟ੍ਰੇਟ ਕਰਨਾ ਉਸਨੂੰ ਚਾਈਨਾ ਤੇ ਰਸ਼ੀਆ ਤੇ ਅਮਰੀਕਾ ਨੇ ਦਿਖਾ ਦਿੱਤੀਆਂ। ਅਕਤੂਬਰ 1 2019 ਦੀਆਂ ਜਿਹੜੀਆਂ ਦਿਖਾਈਆਂ ਉਹਨਾਂ ਨੇ ਹਾਈਪਰਸੋਨਿਕ ਮਿਜ਼ਾਈਲਾਂ ਜਿਹੜੀਆਂ ਚੀਨ ਦੇ ਵਿੱਚ ਦਿਖਾ ਦਿੱਤੀਆਂ ਉਹਨਾਂ ਨੇ 270ਵੀਂ ਐਨੀਵਰਸਰੀ ਤੇ ਇਹ ਪਿੱਛੇ ਜਿਹੇ ਉਹਨਾਂ ਦਾ ਕ੍ਰੈਸ਼ ਟੈਸਟਿੰਗ ਵੀ ਹੋਈ ਹੈ ਇੱਕ ਹਾਈਪਰਸੋਨਿਕ ਗਲਾਈਡ ਵਹੀਕਲ ਦੀ। ਸੋ ਬਹੁਤ ਕੁਝ ਉਹ ਦਿਖਾ ਰਹੇ। ਇੰਡੀਆ ਨੇ ਜਿਹੜੀ ਆ ਦਸੰਬਰ 2010 ਦੇ ਵਿੱਚ ਬ੍ਰਹਮੋਸ ਦੀ ਜਿਹੜੀ ਉਸਨੇ ਉੜੀਸਾ ਤੋਂ ਉਸਨੂੰ ਉਡਾਇਆ ਸੀ। ਸੋ ਸਾਰੇ ਹੀ ਲੱਗੇ ਹੋਏ ਵੱਧੋ ਵੱਧ। ਤੇ ਰਸ਼ੀਆ ਨੇ ਅਕਤੂਬਰ 7 ਨੂੰ ਜਿਹੜਾ ਉਹ ਹਾਈਪਰਸੋਨਿਕ ਕਰੂਜ਼ ਮਿਜ਼ਾਈਲ ਆ ਜਿਹੜੀ ਉਹ ਲਾਂਚ ਕੀਤੀ ਹੈ ਵਾਈਟ ਸੀ ਦੇ ਵਿੱਚੋਂ। ਸੋ ਇਹ ਜਿਹੜੀਆਂ ਇੱਕ ਦੂਜੇ ਨਾਲ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਨੇ, ਜਹਾਜ਼ ਜਿਹੜੇ ਨੇ ਮਤਲਬ ਜਿਹੜੇ ਇਹ ਵਹੀਕਲ ਨੇ ਜਿਹੜੇ ਹਾਈਪਰਸੋਨਿਕ ਗਲਾਈਡ ਵਹੀਕਲ ਨੇ, ਇਹਨਾਂ ਚੜ ਜਾਣਗੇ ਧਰਤੀ ਦੇ ਸਿਸਟਮ, ਧਰਤੀ ਦੇ ਵਾਤਾਵਰਨ ਤੋਂ ਬਾਹਰ ਜਾ ਕੇ। ਜਿਵੇਂ ਆਪਾਂ ਕਹਿੰਦੇ ਹੁੰਦੇ ਵੀ ਉੱਪਰ ਪਤੰਗ ਉਡਾਉਂਦੇ ਹੁੰਦੇ ਸੀ ਨਾ, ਤਾਂ ਉੱਚਾ ਚਲੇਗਾ, ਕਹਿੰਦੇ ਪਤੰਗ ਉੱਪਰਲੀ ਹਵਾ ਚਲੇਗਾ। ਕਬੂਤਰ ਤੁਹਾਡੇ ਉੱਡ ਜਾਂਦੇ ਜਿਨ੍ਹਾਂ ਨੇ ਰੱਖੇ ਨੇ, ਬਹੁਤ ਉੱਚੇ ਉੱਡ ਜਾਂਦੇ, ਕਈ ਵਾਰ ਰਾਤ ਨੂੰ ਉੱਤਰਦੇ ਨਾ, ਫਿਰ ਪਤਾ ਲੱਗ ਕਹਿੰਦੇ ਬੰਦ ਲੱਗ ਗਿਆ, ਦਿਖਦਾ ਕਿੱਥੇ ਤੱਕ ਦੇਖ। ਸੋ ਇਉਂ ਹੀ ਸਾਡੇ ਇਸ ਵਾਤਾਵਰਨ ਨੂੰ ਬਾਹਰ ਇਹ ਨਿਕਲ ਕੇ ਮਨੁੱਖ ਦੀ ਵਿਨਾਸ਼ ਦੇ ਲਈ, ਬਰਬਾਦੀ ਲਈ ਕੀ ਕੁਝ ਬਣਾ ਦਿੱਤਾ। ਸੈਟੇਲਾਈਟਸ ਨੇ ਜ਼ਿੰਦਗੀ ਤੁਹਾਡੀ ਇੰਨੀ ਕੰਟਰੋਲ ਕਰ ਲੈਣੀ ਹੈ। ਹੁਣ ਤੁਸੀਂ ਇੱਕ ਸ਼ਹਿਰ ਦੇ ਵਿੱਚੋਂ ਅੱਜ ਹੁਣ ਕਿਤੇ ਵੀ ਤੁਸੀਂ ਡਰਾਈਵ ਕਰ ਰਹੇ ਹੋ, ਪਲੀਜ਼ ਹੁਣੇ ਨਿਗਾਹ ਮਾਰਨੀ ਕਰੋ ਸ਼ੁਰੂ ਜਿੱਥੇ ਤੁਸੀਂ ਜਾ ਰਹੇ ਹੋ। ਕੈਮਰੇ ਵੇਖਿਓ, ਬਿਜ਼ਨਸਾਂ ਦੇ ਕੈਮਰੇ, ਸੈਟ ਆਫ ਲਾਈਟਸ ਦੇ ਕੈਮਰੇ, ਇਹ ਤਾਂ ਤੁਸੀਂ ਵੇਖ ਰਹੇ ਹੋ। ਜਿਹੜਾ ਉੱਪਰ ਤੁਹਾਨੂੰ ਮੋਨੀਟਰ ਕਰ ਰਿਹਾ ਹੈ ਉਹ ਜਿਹਦੇ ਰਾਹੀਂ ਜਾਂ ਸੈਟੇਲਾਈਟਸ ਨੂੰ ਮੋਨੀਟਰ ਕਰਦੇ ਨੇ, ਜਿਹਨਾਂ ਨੂੰ ਕੰਟਰੋਲ ਕਰਦੇ ਨੇ, ਜਿਹੜੀਆਂ ਸੂਈਆ ਏਜੰਸੀ ਦੀਆਂ ਸੈਟੇਲਾਈਟਸ ਨੇ, ਉਹਨਾਂ ਨੂੰ ਉਹ ਫਿਰ ਕਮਾਂਡ ਦੇ ਕੇ ਵੀ ਇੱਥੇ ਹੁਣ ਅਮਰੀਕਾ ਦੀ ਕੋਈ ਸੈਟੇਲਾਈਟ ਕਿਤੇ ਛੱਡੀ ਹੋਈ ਆ, ਉਹਨੇ ਵੇਖਣਾ ਬਈ ਕੋਈ ਬੰਦਾ ਮੋਨੀਟਰ ਕਰਨਾ। ਤੁਸੀਂ ਦੇਖਿਓ ਜਿਹੜੀਆਂ ਆਪਣੇ ਬੋਰਨ ਸੁਪਰੀਮੇਸੀ ਦੀਆਂ ਜਿਹੜੀਆਂ ਫਿਲਮਾਂ ਨੇ, ਮੈਟ ਡੈਮਨ ਦੀਆਂ ਬੋਰਨ ਜਿਹੜੀਆਂ ਸੀਰੀਜ਼ ਨੇ, ਉਹਨਾਂ ਨੂੰ ਦੇਖਿਓ ਵੀ ਕਿਵੇਂ ਸੈਟੇਲਾਈਟਸ ਨੂੰ ਕਮਾਂਡ ਕਰਕੇ ਉਹ ਬੰਦੇ ਦੇ ਸਿਰ ਤੇ ਲੈ ਜਾਂਦੇ ਨੇ, ਕਿਤੇ ਵੀ ਦੁਨੀਆ 'ਚ ਹੋਵੇ। ਜਿਹੜੀ ਸੂਈਆ ਏਜੰਸੀ ਸਾਰੇ ਦੇਸ਼ਾਂ ਦੀਆਂ। ਸੋ ਇਹਦੇ ਨਾਲ ਉਹ ਵੇਖ ਲੈਂਦੇ ਨੇ ਹੁਣ ਤੁਸੀਂ ਕਿੱਥੇ ਫਿਰਦੇ ਹੋਵੋ, ਤੁਸੀਂ ਬੰਦਾ ਕਿੱਥੇ, ਟਰਾਈਪੁਰੀ ਵੇਸੀ ਵਾਲੀ ਤਾਂ ਗੱਲਾਂ ਨੇ, ਕਿੱਥੋਂ ਉੱਡ ਗਏ, ਕਿੱਥੇ ਉਤਰ ਗਏ, ਕਿਹੜੇ ਸ਼ਹਿਰ 'ਚੋਂ ਕਿਹੜੀ ਲਾਈਟ ਟੱਪ ਗਏ। ਹੁਣ ਤਾਂ ਤੁਹਾਡਾ ਆਪ ਹੀ ਮੋਨੀਟਰ ਕਰਨ ਲਈ ਤੁਹਾਡਾ ਜਿਹੜਾ ਕਲਾਊਡ ਹੈ, ਆਈਫੋਨ ਵਗੈਰਾ ਜਾਂ ਸੈਮਸੰਗ ਦਾ ਜਿਹੜਾ ਤੁਹਾਨੂੰ ਕਹਿੰਦਾ ਲੱਭਣ ਲਈ, ਉਹ ਲੱਭਣ ਦਾ ਮਤਲਬ ਇਹ ਹੈ ਵੀ ਤੁਹਾਡਾ ਫੋਨ ਕਿੱਥੇ ਪਿਆ ਇਸ ਸਮੇਂ 1 ਮਿੰਟ 'ਚ ਵੇਖਿਆ ਜਾ ਸਕਦਾ। ਜੇ ਘਰ 'ਚ ਸਿਸਟਮ ਆਉਂਦਾ ਵੇਖ ਲੈਣਗੇ, ਉਹ ਜਿੱਥੇ ਫੋਨ ਪਿਆ ਉੱਥੇ ਬੰਦਾ। ਸੋ ਇਨੀਸ਼ੀਅਲ ਸਟੇਜ ਤੇ ਅਜੇ ਸਾਰਾ ਕੁਝ ਇਸ ਨੂੰ ਉਹ ਬਣਾ ਰਹੇ ਨੇ। ਥੋੜੀਆਂ ਜਿਹੜੀਆਂ ਮੁਸ਼ਕਲਾਂ ਤੁਸੀਂ ਇਹ ਲਾ ਲਓ ਵੀ ਜਿਹੜੀਆਂ ਪਹਿਲਾਂ ਬੈਲਿਸਟਿਕ ਮਿਸਲਸ ਨੇ ਜਦੋਂ ਇੱਕ ਪਾਸੇ ਨੂੰ ਕਰ ਦਿੱਤੀਆਂ, ਉਹਦਾ ਰਾਹ ਬਦਲਣਾ ਬੜਾ ਔਖਾ ਹੈ। ਜਿਹੜੀਆਂ ਧਰਤੀ ਦੇ ਐਟਮੋਸਫੀਅਰ ਤੋਂ ਬਾਹਰ ਜਾ ਕੇ ਦੁਬਾਰਾ ਉਹਨੇ ਐਂਟਰ ਹੋਣਾ ਹੈ ਤੇ ਉਹਦਾ ਰਾਹ ਬਦਲਣਾ, ਰਡਾਰ ਨੂੰ ਚਕਮਾ ਦੇਣਾ ਬਹੁਤ ਵੱਡੀ ਗੱਲ। ਉਹ ਇਹਦੇ ਤੇ ਕੰਮ ਕਰ ਰਹੇ ਨੇ ਤਿੰਨੇ ਦੇਸ਼ ਮੇਨ, ਇਹਦੇ ਤੇ ਅਮਰੀਕਾ,
चीन ते रशिया, भारत भी ये जापान भी ये ब्रह्मोस पे काम कर रहा भारत भी इनू किवें डिवेलप किया जाए। लेजर वाली एक टैक्नोलॉजी उपरों जिहड़ा समान तो लेजर वैपन वरतने तो ये ते हो रहा। बाकी जिहड़ा चंद ते इंटरनेशनल जिवें जिहड़ा स्पेस स्टेशन रूस ते चीन ने अज अनाउंस किया, वो बहुत वड्डी गल है। 2029 तक हुण तो 8 सालों नूं अमरीका ने बहुत कुछ जिहड़ा 2029 बहुत कुछ करनगे। बाकी जिहड़ियां फ्लाइट्स ने जिहड़ियां मतलब कमर्शियल फ्लाइट्स जिहड़ियां धरती तो उपर 200-150 किलोमीटर तक पुलाड़ दियां जिहड़ियां ये फ्लाइट्स ने ये तो शुरू होने लगियां ने। अगले साल लोगों ने चढ़ना उड्डना फिरना उपरों गेड़ा कढ़ के आया करनगे दिहाड़ी 2 दिहाड़ियां या कुछ चलू मंगल दी ते इवेंचुअली, क्योंकि पहला जिहड़ी शुरुआत देशों ने अपनी सुरक्षा लई अपने टो लाऊ यंत्रां दे लई ते जद हुण आम लोग इहदे विच जिहड़ी शुरुआत कीती है स्पेस एक्स ते बोइंग ने ਉਹਦੇ ਵਿੱਚੋਂ ਇਹਦੇ ਚੋਂ ਇਹਨੂੰ ਕਮਰਸ਼ੀਅਲ ਪੱਖ ਤੇ ਲੈ ਕੇ ਜਾਣਾ। ਮਸਕ ਵਰਗੇ ਕਹਿੰਦੇ ਮੰਗਲ ਤੇ ਮਰਨਾ। ਦੁਨੀਆ ਦੀ ਬਰਬਾਦੀ, ਵਾਤਾਵਰਨ ਦੀ ਬਰਬਾਦੀ, ਇਸ ਧਰਤੀ ਤੋਂ ਬਾਹਰ ਕਿਤੇ ਹੋਰ ਇੱਕ ਬਸਤੀ ਬਣਾਉਣ ਦੀ ਗੱਲ ਜਿਹੜੀ ਉਹ ਬੜੀ ਚੱਲ ਰਹੀ ਹੈ ਵੀ ਅਮੀਰ ਬੰਦੇ ਇਸ ਧਰਤੀ ਨੂੰ ਛੱਡ ਕੇ ਉਸ ਜਗ੍ਹਾ ਤੇ ਜਾ ਕੇ ਰਹਿਣ ਲੱਗਣਗੇ। ਇਹ ਹੁਣ ਉਸ ਤਰ੍ਹਾਂ ਹੀ ਲੱਗ ਰਿਹਾ ਹੈ ਜਿਵੇਂ 10 ਬਰੇ 12 ਬਰੇ ਪਹਿਲਾਂ ਕਹਿੰਦੇ ਸੀ ਵੀ ਸੁੱਖਾ ਵਿਕਣ ਲੱਗ ਜੂ ਬੈਂਡਿੰਗ ਮਸ਼ੀਨਾਂ ਤੇ ਦੇਸੀ ਚ, ਜਾਂ ਜਦ ਫੈਕਸ ਸ਼ੁਰੂ ਹੋਈ ਕਹਿੰਦੇ ਯਾਰ ਪਤਾ ਹੀ ਨਹੀਂ ਕਿੱਧਰੋਂ ਫੈਕਸ ਪੈਂਦੀ ਹੈ, ਕਿੱਥੇ ਪ੍ਰਿੰਟ ਹੁੰਦੀ ਹੈ, ਬੰਦੇ ਬੰਦੇ ਉਧਰ ਪਾਤੀ ਇੱਧਰ ਨਿਕਲ ਗਈ, ਚਿੱਠੀਆਂ ਨਾਲ ਕੰਮ ਖਤਮ ਹੋ ਗਿਆ। ਹੁਣ ਉਦੋਂ ਅੱਗੇ ਹੁਣ ਈਮੇਲ, ਅਗਲਾ ਕਹਿੰਦਾ ਬਟਨ ਦੱਬਿਆ ਐਂਟਰ, ਆ ਗਈ ਕਹਿੰਦਾ ਮਾੜਾ ਜਿਹਾ ਦੇਖਣ ਦੇ ਫਰੈਸ਼ ਕਰਨ ਦੇ, ਆ ਗਈ। ਕਮਿਊਨੀਕੇਸ਼ਨ ਜਿਹੜਾ ਕ੍ਰਿਮੀਨਲਸ ਨੇ ਉਹ ਸ਼ੁਰੂ ਕਰ ਲਿਆ। ਕਮਿਊਨੀਕੇਸ਼ਨ ਜਿਹੜਾ ਇੰਟਰਸੈਪਟ ਕਰਨ ਲਈ ਫੋਨ ਦੀ ਜਗ੍ਹਾ ਅਗਲੇ ਨੇ ਬਣਾਏ 2 ਅਕਾਊਂਟ ਜੀਮੇਲ ਦੇ ਤੇ ਚੱਲ ਉਹਦੇ ਚ ਭੇਜਣੀ ਨਹੀਂ, ਇੱਕ ਅਕਾਊਂਟ ਬਣਾ ਕੇ ਦੋਨਾਂ ਨੇ ਸਾਂਝੇ ਕਰਕੇ ਪਾਸਵਰਡ ਇੱਕ ਜਣੇ ਨੇ ਕਰਕੇ ਉਹ ਡਰਾਫਟ ਚ ਰੱਖ ਦੇਣੀ, ਦੂਜੇ ਨੇ ਪੜ੍ਹ ਲੈਣੀ ਹੈ। तो ये बहुत कुछ चल रहा है। ਇਹਦੇ ਤੇ ਇੰਟਰਸਟ ਹੈ, ਇਹਦੇ ਤੇ ਨਿਗਾਹ ਵੀ ਰੱਖਣ ਦੀ ਆਪਾਂ ਨੂੰ ਲੋੜ ਹੈ ਕਿ ਅਸੀਂ ਇਸ ਨੂੰ ਕਿਵੇਂ ਇਹਦੇ ਹਾਣ ਦਾ ਹੋ ਕੇ ਚੱਲੀ, ਇਹ ਜ਼ਰੂਰੀ ਹੈ। ਗੀਤ ਸੁਣਾਵਾਂ ਇੱਕ ਤੇ ਫਿਰ ਮੁੜ ਕੇ ਆ ਕੇ ਅੱਗੇ ਚੱਲਦੇ। ਦੁਨੀਆ ਦੇ ਵਿੱਚ ਕੀ ਹੁੰਦਾ ਹੈ ਇਹਦੇ ਤੇ ਨਿਗਾਹ ਮਾਰਨ ਦੀ ਲੋੜ ਹੈ। ਭਾਈ ਜੀ ਲਖਵੀਰ ਗਿੱਲ ਹੋਣੀ ਕਹਿੰਦੇ ਦੱਸਦੇ ਹੋ ਕੋਈ ਡਰਾਉਨੇ ਹੋ ਤੇ ਨਹੀਂ, ਮੈਂ ਤਾਂ ਦੱਸਣ ਦੀ ਕੋਸ਼ਿਸ਼ ਹੈ, ਡਰਾਉਣ ਦੀ ਨਹੀਂ ਕੋਸ਼ਿਸ਼। ਸਾਡੇ ਇਤਿਹਾਸ ਦੇ ਵਿੱਚ ਹੁਣ ਤੱਕ ਜਿਹੜਾ ਤੁਹਾਨੂੰ ਇਤਿਹਾਸ ਦੇ ਵਿੱਚ ਇਤਿਹਾਸ ਕੀ ਹੈ, ਇਤਿਹਾਸ ਦੀ ਮਹੱਤਤਾ ਦੀ ਗੱਲ, ਹਿਸਟਰੀ ਤੋਂ ਪੰਜਾਬ ਦੇ ਇਤਿਹਾਸ ਦੀ ਗੱਲ ਕਿ ਪੰਜਾਬ ਦੇ ਵਿੱਚ ਪੰਜਾਬ ਦੀ ਹੋਂਦ ਆਰੀਆ ਤੋਂ ਲੈ ਕੇ ਜਨਾਨੀ, ਮੰਗੋਲ, ਹੁਨਾ, ਕਾਸਮ, ਗਜਨਵੀ, ਰੰਗ, ਗੌਰੀਆਂ, ਗੁਲਾਮਾਂ ਤੇ ਖਿਲਜੀਆਂ, ਤਮੂਰਾਂ, ਮੁਗਲਾਂ, ਨਾਦਰਾਂ, ਅਬਦਾਲੀਆਂ ਨੇ ਪੰਜਾਬ ਦਾ ਤਾਂ ਪਹਾੜ ਬਣਾਈ ਰੱਖਿਆ। ਜਨਮ ਦੀ ਗੱਲ ਜਿਹੜੀ ਸਤਿ ਸਿੰਧੂ ਦੀ ਮੈਂ ਤੁਹਾਨੂੰ ਦੱਸਿਆ ਸੀ, ਇਲਾਕਾ ਜਿਹੜਾ ਅਸਲ ਜਿਹੜੇ ਖਿੱਤਾ ਨਾ ਉਹਨੂੰ ਕਦੇ ਖੁੱਲੀ ਕੈਂਚੀ ਦੇ ਨਾਲ ਉਸ ਦੀ ਤਸਵੀਰ ਦਿੱਤੀ ਹੈ। ਇੱਕ ਬੰਨੇ ਹਿਮਾਲਿਆ ਤੇ ਇੱਕ ਬੰਨੇ ਪਾਣੀ ਦੀ ਗੱਲ ਹੈ, ਵਿੱਚ ਹੀ ਪਹਾੜਾਂ ਦੇ ਪੈਰਾਂ ਦਾ ਤਲਹੱਟੀ ਦਾ ਇਲਾਕਾ, ਮੈਦਾਨੀ ਇਲਾਕਾ, ਰੇਗਿਸਤਾਨੀ ਇਲਾਕਾ, ਮੁਲਤਾਨ, ਬਹਾਵਲਪੁਰ ਦਾ ਪਹਿਲੇ ਪੰਜਾਬ ਦੀ ਗੱਲ ਕਰਦੇ ਹਾਂ। ਉੱਤਰ ਪੂਰਬ ਦੇ ਵਿੱਚ ਵੀ ਪਹਾੜੀ ਇਲਾਕਾ, ਉੱਤਰ ਪੱਛਮ ਚ ਕੁਰਾਕਰਮ, ਕੋਹ ਬਾਬਾ, ਕੋਹ ਸਫੈਦ, ਸੁਲੇਮਾਨ ਆਉਂਦੇ ਸੀ। ਭੂਗੋਲਿਕ ਬਣਤਰ ਇਹ ਜੀ ਸੀ, ਬਣਤਰ ਕਰਕੇ ਇਹਦਾ ਇੱਥੇ ਲੋਕਾਂ ਦੀ ਕਹਾਣੀ ਤੇ ਦਾ ਵਿੱਚ ਨਹੀਂ ਲੰਘਦੇ ਤਾਂ ਖਾਧਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹ ਦਾ ਹੁੰਦੀ ਬਾਹਲਾ ਕੋਈ ਜਿਹੜਾ ਉਹ ਜੋਰ ਜੜਈਆ ਦਾ ਹੁੰਦਾ, ਖੁੱਲੇ ਦਿਮਾਗਾਂ ਦੇ ਮਤਲਬ ਜੁੱਸਿਆਂ ਦੇ ਬਹਾਦਰ ਵੀ ਸੀ ਜਾਂ ਵਿੱਚ ਦੀ ਹਰ ਰੋਜ਼
ਦੰਗ ਵਾਲੇ ਨਿਕਲਣੇ, ਧਨ ਨਾ ਜੋੜਦੇ ਤੇ ਟਾਕਰਾ ਪਹਿਲਾਂ ਸਾਡੇ ਨਾਲ ਪੰਜਾਬ 'ਚ ਹੁੰਦਾ। ਤੇ ਬਾਕੀ ਹਿਮਾਲਿਆ ਪਰਬਤ ਨੇ ਬੈਰੀ ਤਾਂ ਰੋਕਿਆ, ਪਰ ਯਖ ਠੰਡਾ ਨੇ ਵੀ ਉਹਨੂੰ ਕੈੜਿਆਂ ਬਣਾਇਆ ਤੇ ਤਾਂ ਹੀ ਕੋਈ ਤਕੜੇ ਤੌਰ ਤੇ ਰਾਜ ਨਹੀਂ ਕਰ ਸਕਿਆ। ਅੱਛਾ ਰਾਜ ਤਾਂ ਫਿਰ ਮਹਾਰਾਜਾ ਰਣਜੀਤ ਸਿੰਘ ਨੇ 40 ਵਰ੍ਹੇ ਤੇ 9 ਸਾਲਾਂ 'ਚ ਉਜਾੜਿਆ। ਤੇ ਸਾਹਿਬ ਇਸ ਧਰਤੀ ਤੇ ਆਏ ਤੇ ਪਟਨੇ ਤੋਂ ਆ ਕੇ ਜਦ ਮਗਰ ਦੇਸ਼ ਦੀ ਗੱਲ ਹੋਈ ਕਿ ਇੱਥੇ ਨਹੀਂ ਰਹਿਣਾ, ਹੁਣ ਉੱਥੇ ਜਾਣਾ ਜਿੱਥੇ ਜਿਹੜਾ ਅਸਲ ਕਹਾਣੀ ਹੈ ਜਿੱਥੇ। ਤਾਂ ਇਹਦੇ ਚੋਂ ਫਿਰ ਰਤਨ ਸਿੰਘ ਭੰਗੂ ਕਿਤੇ 100 ਕੋਸ ਘੋੜਿਆਂ ਦੇ ਉੱਪਰ ਇਹਨਾਂ ਨੂੰ ਦੱਸਦਾ ਕਿ ਸਫ਼ਰ ਕਰਨਾ। ਮੁੱਢਲੇ ਵਸਨੀਕਾਂ ਦੀ ਗੱਲ ਜਿਹੜੀ ਆਰੀਆ ਲੋਕਾਂ ਤੋਂ ਲੈ ਕੇ ਫਿਰ ਬੁੱਧ ਧਰਮ ਹੈ, ਮਿਸਰ ਦਾ ਬਾਦਸ਼ਾਹ ਆਉਂਦਾ, ਸੀਰੀਆ ਦਾ ਬਾਦਸ਼ਾਹ ਆਉਂਦਾ, ਮਿਸਰ ਦਾ ਫੇਰ ਆਉਂਦਾ, ਸੀਥੀਅਨ ਲੋਕ ਆਉਂਦੇ ਨੇ, ਇਰਾਨੀ ਆਏ ਲੱਗਦੇ ਨੇ, ਸਿਕੰਦਰ ਵੀ ਆਉਂਦਾ, ਸਲੂਕਸ ਵਕਤਰੀ ਯੂਨਾਨੀ ਤੇ ਕੁਸ਼ਨ, ਫਿਰ ਚੰਦਰਗੁਪਤ ਵਿਕਰਮ ਦਿੱਤੇ, ਚੀਨੀ ਸੈਲਾਨੀ ਵੀ ਆਉਂਦੇ ਨੇ, ਮੁਸਲਮਾਨਾਂ ਦੇ ਹਮਲੇ ਸ਼ੁਰੂ ਹੁੰਦੇ ਨੇ, ਗਜਨੀ ਸ਼ੁਰੂ ਹੁੰਦੇ ਨੇ, ਗਜਨੀਆਂ ਦਾ ਜਿਹੜਾ ਮਹਿਮੂਦ ਗਜਨਵੀ ਦੇ 17 ਹਮਲੇ ਨੇ, ਗੌਰੀ ਦਾ ਹਮਲਾ ਹੈ, ਰੱਖੜਾਂ ਦੀ ਹਕੂਮਤ ਹੈ, ਗੁਲਾਮਾਂ ਦਾ ਪੰਜਾਬ ਤੇ ਕਬਜ਼ਾ, ਖਿਲਜੀ ਖਾਨਦਾਨ ਹੈ, ਤੁਗਲਕ ਤਮੂਰ ਲੋਧੀ ਨੇ, ਫਿਰ ਸਿੱਖ ਇਤਿਹਾਸ ਹੈ। ਫਿਰ ਗੁਰੂ ਨਾਨਕ ਸਾਹਿਬ ਦੇ ਸਮੇਂ ਦੀ ਤੁਹਾਨੂੰ ਰਾਜਸੀ ਦਸ਼ਾ ਜਿਹੜੀ ਪਿਛਲੇ ਦਿਨੀ ਸਾਰੇ ਮੈਂ ਦੱਸਦਾ ਰਿਹਾ ਕਿ ਕੀ ਹੋਇਆ, ਪੰਡਤ ਕੀ ਕਰ ਰਿਹਾ, ਕਾਜੀ ਕੀ ਕਰ ਰਿਹਾ, ਵੱਡੇ ਧਰਮ ਸੀ ਜਿਹੜੇ ਉਹ ਆਰਥਿਕ ਦਸ਼ਾ ਕਹੇ ਜੀ ਸੀ, ਸੁਧਾਰਕ ਲਹਿਰਾਂ ਜਿਹੜੀਆਂ ਚੱਲੀਆਂ ਉਸ ਦੀ ਗੱਲ, ਉੱਤਰੀ ਹਿੰਦੁਸਤਾਨ 'ਚ ਜਿਹੜੀਆਂ ਸੁਧਾਰਕ ਲਹਿਰਾਂ ਭਗਤ ਰਾਮਾਨੰਦ ਜੀ ਹੋਏ ਨੇ ਉਹਨਾਂ ਦੇ ਅਸੂਲ ਕੀ ਸੀ, ਭਗਤ ਕਬੀਰ ਜੀ ਦੇ ਕੀ ਅਸੂਲ ਸੀ, ਤੇ ਉਸ ਤੋਂ ਬਾਅਦ ਭਗਤ ਧੰਨਾ ਜੀ ਦੇ ਕੀ ਅਸੂਲ ਸੀ, ਪੀਪਾ ਜੀ, ਸੈਣ ਜੀ, ਭਗਤ ਨਾਮਦੇਵ ਜੀ, ਇਹ ਸਾਰਾ ਤੁਹਾਨੂੰ ਮੈਂ ਦੱਸ ਸਕਦਾ ਜੀ, ਭਗਤ ਪਰਮਾਨੰਦ ਜੀ, ਭਗਤ ਤਰਲੋਚਨ ਜੀ, ਭੀਖਣ ਜੀ, ਭਗਤ ਜੈਦੇਵ ਜੀ, ਕਸ਼ਨਮ ਮਤ ਬੰਗਾਲ ਦਾ ਜਿਹੜਾ ਨੈਸ਼ਨਲਿਜ਼ਮ ਦੀ ਗੱਲ ਮੈਂ ਵੀਰਵਾਰ ਨੂੰ ਤੁਹਾਨੂੰ ਦੱਸੂ ਕਿ ਭਾਰਤੀ ਰਾਸ਼ਟਰਵਾਦ ਦੀ ਉਪਜ ਕੀ ਹੈ। ਗੁਰੂ ਨਾਨਕ ਸਾਹਿਬ ਦੀ ਜਿਹੜੀ ਆਦੇਸ਼ ਸੀ ਇੱਕ ਰੱਬ ਦੀ ਹੋਂਦ ਦੀ ਗੱਲ, ਸਾਧ ਸੰਗਤ ਦੀ ਗੱਲ, ਉਸ ਤੋਂ ਬਾਅਦ ਗੁਰੂ ਦਾ ਜਿਹੜਾ ਰੁਤਬਾ ਕੀ ਹੈ ਤੇ ਹਾਰਮਨੀ ਕੀ ਹੈ, ਏਕੇ ਦੀ ਗੱਲ, ਜ਼ਾਤ ਪਾਤ ਦੀ ਨਖੇਦੀ, ਔਰਤ ਨੂੰ ਯੋਗ ਸਥਾਨ ਜਿਹੜਾ ਬਣਾ ਕੇ ਹਟਿਆ ਨਾ, ਇੰਟਰਨੈਸ਼ਨਲ ਮਹਿਲਾ ਨੈਸ਼ਨਲ ਵੂਮਨ ਡੇ, ਇਹ ਕਰ ਦਿਆਂਗੇ, ਉਹ ਕਰ ਦਿਆਂਗੇ, ਸਾਨੂੰ ਸ਼ਕਤੀ ਦਿਓ, ਅਸੀਂ ਨਾਰੀ ਸ਼ਕਤੀ ਬਣ ਕੇ ਨਵੀਆਂ ਚੀਜ਼ਾਂ ਲੈ ਕੇ ਜਾਵਾਂਗੇ। ਇਹ ਸਭ ਨਿੱਜ ਵਾਲਾ ਕਹਾਣੀ ਹੈ। ਜੇ ਤੁਸੀਂ ਆਪਣੇ ਧਰਮ ਨੂੰ ਪਿਆਰ ਕਰਨ ਵਾਲੇ ਹੋਵੋ ਤਾਂ ਇਹ ਕਹਿਣ ਦੀ ਸਾਨੂੰ ਲੋੜ ਨਹੀਂ ਸੀ ਕਿ ਅੱਜ ਇਹ ਵੂਮਨ ਡੇ ਹੈ ਜੀ, ਤੇ ਇਹ ਅੱਜ ਤੋਂ 500-550 ਸਾਲ ਪਹਿਲਾਂ ਸਾਹਿਬ ਨੇ ਉਸ ਧਰਤੀ ਤੇ ਗੱਲ ਕੀਤੀ ਹੋਈ ਹੈ, ਪਰ ਅਸੀਂ ਛੱਡ ਗਏ। ਪਵਿੱਤਰਤਾ ਸਫਲਤਾ ਦੀ ਗੱਲ ਸਾਹਿਬ ਨੇ, ਸਾਦਗੀ ਦੀ ਗੱਲ ਕੀਤੀ। ਸਾਹਿਬ ਜੀ ਦੇ ਹੁਣ ਪ੍ਰਗਟਣ ਦੀ ਗੱਲ ਮੈਂ ਤੁਹਾਡੇ ਨਾਲ ਕਰਨੀ ਚਾਹੁੰਦਾ। ਪ੍ਰਕਾਸ਼ ਜਿਹੜਾ ਪ੍ਰਾਤਨ ਜਿਹੜੇ ਗ੍ਰੰਥਾਂ ਦੇ ਵਿੱਚ ਲਿਖਿਆ ਉਹ ਅਪ੍ਰੈਲ ਦੇ ਵਿੱਚ ਹੀ ਲਿਖਿਆ ਹੋਇਆ। 15 ਅਪ੍ਰੈਲ ਦੀ ਗੱਲ ਜਿਹੜੀ ਕਹੀ ਹੈ 1469 ਦੀ, ਤੇ ਪਿਤਾ ਜੀ ਕਲਿਆਣ ਦਾਸ ਜੀ ਮਹਿਤਾ ਕਾਲੂ ਜੀ ਪਟਵਾਰੀ, ਮਾਤਾ ਜੀ ਤ੍ਰਿਪਤਾ, ਤੇ ਨਾਨਕ ਰੱਖ ਦਿੱਤਾ, ਤੇ ਛੋਟੀ ਉਮਰ 'ਚ ਦੂਜੇ ਬੱਚਿਆਂ ਦੇ ਨਾਲੋਂ ਬਿਲਕੁਲ ਵੱਖਰੇ ਸਨ ਉਹ। ਤੇ ਤਾਰੀਖ ਪੰਜਾਬੀ ਦਾ ਲਿਖਾਰੀ ਕਨ੍ਹਈਆ ਲਾਲ ਕਹਿੰਦਾ ਵੀ ਛੋਟੀ ਉਮਰ ਹੀ ਗੁਰੂ ਨਾਨਕ ਜੀ ਦੀਆਂ ਆਦਤਾਂ ਬਜ਼ੁਰਗਾਂ ਵਾਲੀਆਂ ਸੀ। ਕਦੇ ਘਰੋਂ ਬਾਹਰ ਨਾ ਜਾਂਦੇ, ਆਮ ਮੁੰਡਿਆਂ 'ਚ ਨਾ ਖੇਡਦੇ, ਰੱਬ ਦੀ ਯਾਦ ਨੂੰ ਨੇੜੇ ਰੱਖਦੇ, ਸਮਾਂ ਚੁੱਪ ਰਹਿੰਦੇ, ਬਿਨਾਂ ਬੁਲਾਇਆ ਨਾ ਬੋਲਦੇ, ਜਿਹੜੇ ਕੰਮ ਆਪੇ ਕਰਨ ਲਈ ਕਹਿੰਦੇ ਉਹ ਪੂਰੇ ਦਿਲ ਨਾਲ ਕਰਦੇ, ਦਾਨੀ ਸੁਭਾਅ ਬਹੁਤ ਸੀ। ਤੇ ਬਾਕੀ ਪਾਂਦੇ ਪਾਸ ਜਿਹੜੀ 7ਵੀਂ ਦੀ ਉਮਰ 'ਚ, ਤੇ ਜਦ ਸਾਹਿਬ ਉੱਥੇ ਗਏ ਨੇ ਤਾਂ ਪਰਮੇਸ਼ਰ ਦੀਆਂ ਗੱਲਾਂ, ਹੁਣ ਉਸਤਾਦ ਵੀ ਕਹੇ ਬਈ ਇਹ ਦੀ ਕਹਾਣੀ, ਫਿਰ ਮੁੱਲਾ ਕੋਲ ਭੇਜਣ ਲਈ ਗਏ, ਉੱਥੇ ਪੜ੍ਹਾਉਣ ਲਈ ਅਰਬੀ ਦੀ ਵਰਨਮਾਲਾ ਪੜ੍ਹਤੀ ਜਾਂਦੀ, ਤੇ ਉਹਦੇ ਬਾਅਦ
ਜਨਰਲ ਮੁਤਕਾਰੀਨ ਜਿਹੜਾ ਉਹ ਕਹਿੰਦੇ ਨੇ ਕਿ ਸ਼ਾਇਦ ਹਸਨ ਨਾਮੀ ਮੌਲਵੀ ਕੋਲ ਗੁਰੂ ਨਾਨਕ ਸਾਹਿਬ ਫਾਰਸੀ ਦੇ ਅੱਖਰਾਂ ਦੀ ਵਿੱਦਿਆ ਪ੍ਰਾਪਤ ਕਰਨ ਗਏ, ਉਹ ਵੀ ਸ਼ੀ ਹਰਫੀ ਸੁਣ ਕੇ ਹੈਰਾਨ ਹੋ ਗਏ। ਜਵਾਕ ਹੁਣ ਭਾਈ ਕੋਈ ਹੋਰ ਨਹੀਂ ਸੀ, ਬੇਬੇ ਬਾਪੂ ਦਾ ਮਨ ਤੇ ਬਹੁਤ ਸੀ ਵੀ ਇਹਦੇ ਤੋਂ ਹੀ ਸਾਰਾ ਕੁਝ। ਛੋਟੀ ਭੈਣ ਨਾਨਕੀ ਸੀ, ਸੌਰੀ ਵੱਡੇ ਭੈਣ ਸਨ 5 ਸਾਲ ਆਪ ਜੀ ਤੋਂ, ਤੇ ਜੈ ਰਾਮ ਜੀ ਨਾਲ ਭੈਣ ਨਾਨਕੀ ਦਾ ਸੁਲਤਾਨਪੁਰ ਵਿਖੇ ਵਿਆਹ ਹੋਇਆ। ਤੇ ਜੈ ਰਾਮ ਦੌਲਤ ਖਾਨ ਲੋਧੀ ਦੇ ਖਾਸ ਕੰਮ ਵਾਲਿਆਂ ਦੇ ਵਿੱਚ ਦੀ ਦੀਵਾਨ ਦੀ ਪਦਵੀ। 9 ਸਾਲ ਦੀ ਉਮਰ 'ਚ ਮਿੱਠੀ ਮਰਿਆਦਾ ਸੀ ਜਿਹੜੀ ਜੰਜੂ ਦੀ, ਤਾਂ ਪੰਡਤ ਹਰਦਿਆਲ ਨਾਲ ਜਿਹੜੀ ਗੱਲ ਹੈ ਸਾਰੀ ਆਪਾਂ ਪੜ੍ਹੀ ਹੈ। ਤੇ ਜਨੇਊ ਪਹਿਨਣ ਦੀ ਗੱਲ ਜਿਹੜੀ ਹੈ ਉਹ ਦੱਸ ਦਿੱਤੀ ਤੇ ਵੀ ਭਾਗੇ ਦਾ ਜਿਹੜਾ ਜਨੇਊ ਹੈ ਕਿੱਥੇ ਤੱਕ ਜਾਊਗਾ, ਜਾਂ ਮਰ ਜਾਣਾ ਸੜ ਜਾਣਾ ਨਾਲ। ਤਾਂ ਜੇ ਸੱਚੇ ਨਹੀਂ ਆਉਣੀ ਇਹਦੇ ਨਾਲ ਪਾਉਣ ਤੇ ਫਿਰ ਲਾਭ ਕੀ ਹੈ? ਉਹ ਕਹਿੰਦਾ ਪਾਉਣਾ ਤੇ ਜੰਜੂ ਉਹ ਪਾ ਜਿਹੜਾ ਗਰੀਬ ਅਮੀਰ ਉੱਚੇ ਨੀਵੇਂ ਸਭ ਬੰਦਿਆਂ ਨਾਲ ਪਿਆਰ ਕਰੇ, ਕਿਰਤ ਕਰਦੇ ਹੋਏ ਤ੍ਰਿਸ਼ਨਾ ਤੋਂ ਬਚਾਵੇ, ਇਸਤਰੀ ਆਦਿਕ ਵਿਕਾਰਾਂ ਤੋਂ ਬਚਣਾ ਦੱਸੇ, ਹਰ ਪਾਸੋਂ ਸਿੱਧਾ ਕਹੇ। ਤੇ ਨਿਰਵਾਨ ਉਹਨਾਂ ਦੀ ਸਾਖੀ 'ਚ ਪੰਡਿਤ ਕੋਲੋਂ ਪੁੱਛਿਆ, ਪੰਡਿਤ ਜੀ ਖੱਤਰੀ ਦਾ ਧਰਮ ਜਨੇਊ 100 ਰਹਿੰਦਾ ਹੈ ਤੇ ਕਰਮ ਧਰਮ ਉਹ ਕਰਦਾ ਰਹਿੰਦਾ ਹੈ, ਤੇ ਉਹ ਕਹਿੰਦਾ ਵੀ ਉਹ ਜੰਜੂ ਜਿਹੜਾ ਦਇਆ ਕਪਾਹ ਦਾ ਜਿਹੜਾ ਸ਼ਲੋਕ ਉਚਰਿਆ ਉਹਦੇ ਤੇ ਹੀ ਇਹ ਸਾਰਾ ਕੁਝ। ਨਾਲ ਸ਼ੇੜੂ ਦੀ ਕਹਾਣੀ ਇੱਕ ਚੱਲਦੀ ਹੈ। ਜਦ ਤਾਲੀ ਘਰੇ ਨਾ ਹੁੰਦੇ ਤਾਂ ਮੱਝੀਆਂ ਆਪ ਸਾਹਿਬ ਲੈ ਆਉਂਦੇ, ਚਰਾਏ ਆਉਂਦੇ, ਤੇ ਰਾਏ ਬਲਾਰ ਉਸੇ ਸਮੇਂ ਸਾਹਿਬ ਦੀ ਸ਼ਖਸੀਅਤ ਤੋਂ ਕਹਿੰਦੇ ਪ੍ਰਭਾਵਿਤ ਹੋਇਆ। ਸੱਪ ਦੀ ਛਾਂ ਵਾਲੀ ਗੱਲ ਜਿਸਨੂੰ ਹੁਣ ਤਰਕਸ਼ੀਲ ਜਾਂ ਮਿਸ਼ਨਰੀ ਬਾਬੇ ਕਹਿੰਦੇ ਇਹ ਨਹੀਂ ਹੋ ਸਕਦਾ, ਪਰ ਸ਼ਵਕਤ ਰਾਏ ਨੇ ਤਵਾਰੀਖ ਸਿੱਖਾਂ ਦੀ ਗੱਲ ਵਿੱਚ ਉਹਨਾਂ ਨੇ ਇਹ ਗੱਲ ਜਿਹੜੀ ਕਹੀ ਹੈ ਕਿ ਖੇਤ ਹਰੇ ਕਰਨ ਦੀ ਗੱਲ ਤੇ ਫਨੀਅਰ ਸੱਪ ਦੀ ਜਿਹੜੀ ਛਜਲੀ ਦੀ ਗੱਲ। ਆਪ ਕਲਾ ਧਾਰ ਜਗ ਮੈਂ ਪਰਵਰਿਓ ਜਦ ਜੋਤ ਆਪ ਪ੍ਰਗਟੀ ਹੈ। ਇਹਦੇ ਸਮੇਂ 'ਚ ਪਹਿਲੀ ਤਾਂ ਗੱਲ ਤੁਸੀਂ ਜਿਹੜਾ ਕੁਛ ਮੈਂ ਪਿਛਲੇ 4 ਤੁਹਾਨੂੰ ਸੈਗਮੈਂਟਸ ਦੱਸਿਆ ਕਿ ਸਮਾਂ ਕਿਹੋ ਜਿਹਾ ਸੀ ਜਦ ਪ੍ਰਗਟੇ ਨੇ ਗੁਰੂ ਨਾਨਕ ਪਾਤਸ਼ਾਹ। ਸਰਬ ਸ਼ਕਤੀਮਾਨ ਪ੍ਰਮਾਤਮਾ ਨੇ ਇਸ ਹੁਣ ਵੀ ਜਿਹੜੀ ਇਹ ਧਰਤੀ ਦੇ ਉੱਪਰ ਰੱਬ ਦੀ ਹੋਂਦ ਨੂੰ ਮੰਨਣ ਵਾਲੇ ਬੰਦੇ ਇਸ ਗੱਲ ਤੋਂ ਕਦੇ ਪਰਾਂ ਨਹੀਂ ਹੋ ਸਕਦੇ ਵੀ ਧਰਤੀ ਨੂੰ ਸਿੱਧਾ ਰੱਖਣ ਲਈ ਵਕਤ ਵਕਤ ਇਸ ਤੇ ਉਹ ਸ਼ਖਸੀਅਤਾਂ ਆਉਂਦੀਆਂ ਨੇ ਜਿਹੜੇ ਮਨੁੱਖੀ ਜਾਮੇ ਦੇ ਵਿੱਚ ਇਸ ਨੂੰ ਸਿੱਧਾ ਰੱਖਦੀਆਂ। ਗੁਰੂ ਨਾਨਕ ਪਾਤਸ਼ਾਹ ਦੇ ਸਮੇਂ ਜਿਹੜਾ ਕੁਛ ਸੀ ਫਿਰ ਦੁਨੀਆ 'ਚ ਕਿਤੇ ਵੀ ਉਹ ਪ੍ਰਗਟ ਸਕਦੇ ਸੀ, ਉਹ ਪੰਜਾਬ ਦੀ ਧਰਤੀ ਤੇ ਪ੍ਰਗਟੇ, ਇਸ ਲਈ ਉਹ ਧਰਤੀ ਮਹਾਨ ਹੈ। ਫਿਰ ਜਿਹੜਾ 239 ਸਫੇ ਐਨਲਾਈਟਡ ਤੇ ਲਾਈਟ ਨੇ ਟਰੈਵਲ ਕੀਤਾ, ਉਹ ਤੁਸੀਂ ਮਤਲਬ ਜਦ ਮੈਂ ਇਸ ਨੂੰ ਇਹ ਸੈਗਮੈਂਟ ਤਿਆਰ ਕਰਕੇ ਪੜ੍ਹ ਰਿਹਾ ਸੀ ਪਿਛਲੇ 1 ਮਹੀਨੇ, ਗੁਰੂ ਸਾਹਿਬ ਗੁਰੂ ਕਾਹਲ ਦੇ ਬਾਰੇ ਸਾਨੂੰ ਤਾਂ 15% ਤੇ ਪਤਾ, ਸਿਰਫ 15%। ਕਿਉਂਕਿ ਸਾਡੀਆਂ ਚੀਜ਼ਾਂ ਵਧੀਆ ਦਮਾਲੇ ਤੇ ਸ੍ਰੀ ਸਾਹਿਬਾਂ ਅਸ਼ਕਰਪਾਨ ਖੰਡੋ ਖੜਕ ਜਿਨ੍ਹਾਂ ਨੂੰ ਵਧੀਆ ਲੱਗਦੀ ਉਹਨਾਂ ਨੂੰ ਉਹ ਹੈ, ਜਿਨ੍ਹਾਂ ਨੂੰ ਗੁਰੂ ਸਾਹਿਬ ਬਈ ਮਤਲਬ ਅੱਖਾਂ ਝੁਕੀਆਂ ਹੋਈਆਂ, ਪੈਰ 'ਚ ਪਦਮ ਹੈ, ਹੱਥ ਦੇ ਵਿੱਚ ਮਾਲਾ, ਜਿਨ੍ਹਾਂ ਨੂੰ ਉਹ ਫਿੱਟ ਹੈ ਉਹਨਾਂ ਨੇ ਉਹ ਫੋਟੋਆਂ ਲਾ ਲਈਆਂ, ਬਸ ਇੱਥੇ ਕਹਾਣੀ ਫੜ ਗਈ। ਪਰ ਗੁਰੂ ਕਾਲ ਦੇ ਦੌਰਾਨ ਹੋਇਆ ਕਿ ਉਹਨਾਂ 239-40 ਸਾਲਾਂ 'ਚ ਉਹ ਬਹੁਤ ਬਹੁਤ ਵੱਡੀ ਗੱਲ ਹੈ। ਮਨੁੱਖੀ ਜਾਮੇ 'ਚ ਵਿਚਰਦੇ ਉਹ ਕੀ ਕਰਦੇ ਰਹੇ, ਉਹਨਾਂ ਦੇ ਧੀ ਪੁੱਤ ਵੀ ਆਪਣੇ ਵਾਂਗੂ ਹੀ ਸੀ। ਕਿੱਡੀਆਂ ਵੱਡੀਆਂ ਗੱਲਾਂ ਜਦ ਐਡਾ ਛੂਤ ਛਾਤ ਦਾ ਰੌਲਾ ਤੇ ਜ਼ਾਲਮ ਲੋਕਾਂ ਦਾ ਲਾਂਘਾ, ਬਾਬਰ ਵਰਗੇ ਨੂੰ ਰੋਕਣਾ ਇੱਕ ਇਨਸਾਨ ਦੇ ਰੂਪ ਦੇ ਵਿੱਚ। ਠੀਕ ਹੈ, ਉਹ ਹਰ ਵਕਤ ਇੱਥੇ 4 ਕੁਛ ਦੀ ਪਾਠ ਕਰ ਲਈਏ ਤਾਂ ਬੰਦਾ ਕਰ ਲਵੇ ਤਾਂ ਗੁਰੂ ਦੀ ਕੰਧ ਗੁਰੂ ਕੰਧ ਤੇ ਹੱਥ ਰੱਖ ਦਿੰਦਾ ਤੇ ਪਰ ਜਦ ਆਪ ਪੁੱਤ ਬਣਾ ਕੇ ਸਰਬ ਸ਼ਕਤੀਮਾਨ ਨੇ ਕਿਸੇ ਨੂੰ ਭੇਜਿਆ ਹੋਵੇ ਜਾਂ ਜਿਸ ਨੂੰ ਆਪ ਤੁਸੀਂ ਰੱਬ ਕਹੀਏ ਆਪਾਂ ਜਿਵੇਂ ਕਹਿੰਦੇ ਆ, ਉਹ ਉਹਦੇ ਕੋਲ ਕੀ ਹੋਊ। ਪਰ ਉਸ ਮਨੁੱਖੀ ਜਾਮੇ ਦੇ ਵਿੱਚ ਰਹਿੰਦੇ ਆ ਦੁੱਖ ਦਰਦ ਸਾਰੇ ਜਿਹੜੇ ਕੱਢੇ ਉਹ ਬਹੁਤ ਵੱਡੀ ਗੱਲ ਹੈ। ਵਰਖ ਦੇਸ਼ਾਂ ਤੋਂ ਬਾਅਦ ਚੱਲਦਾ ਇੱਥੇ ਮਰਦਾਨੇ ਜੀ ਨਾਲ ਜਿਹੜਾ ਮੇਲ ਹੈ, ਮਰਦਾਨਾ ਰਬਾਬੀ ਜਿਹੜਾ ਹੈ, ਉਸ ਮੇਲ ਨੂੰ ਉਹ ਤਲਵੰਡੀ ਦੇ ਵਿੱਚ ਮੇਲ ਹੋਇਆ।
गुरु नानक साहब ने कहा कि शब्द पाई के राग नूं गाए तां तू मरदाना कहलाए। मुंशी सुजान राय एक जड़ा खलासत उत्तर तारीख दे विच लिखदे ने भी गुरु नानक साहब दा इक्को विशेष साथी सी मरदाना जड़ा रबाबी सी। कीर्तन का जन्म भी तलवंडी च होया। कीर्त करनी गुरु दी उस परबत मालक दी परवरदिगार दी। ते एक पुछदे उत्तर च गुरु साहब ने कहा कि कीर्त शब्द है जो गुरु कहता है, मन में सुरत कर समझे तिसकी मुक्त होए, साई कीरत मुक्त है। एक कीरत और मुक्त इक्को है। घर वालिया ने आप जी नूं चार्ट देख के कहने वैद नूं दिखाओ बई वो चार्ट रहिंदे। वैद नूं पता ना लग्या बीमारी की, आखिर जिहड़ा ब्याह कर दिता 15 साल की उम्र च जिहड़ा 1484 दे विच बटाले तो बाबा मूला चौणे ने कड़माई भेजी। गुरु साहब दे महल माता जी सुलखणी उन्हां दा नाम सी। बरात बटाले गई, बरात दे विच सिद्ध कर सारे हर जात दे लोग है इक्को थां बिठाते सारे। जन्म साखी वाले ने उसनूं देखिया, वो कहते जद मर्यादा पुरुषोत्तम राम जी की शादी हुई हर जात वाले नूं अड अड खाना खवाया गया जिवें उन्हां दा स्थानां ते टिकाया गया। उत्तम नीच लघु निज निज फल असफार तुलसी ने लिखिया। रीता रस्मां तो उच्चा हो गया, एक जगह ते बैठ के खाने खिलाते। 1484 की गल है। जद अज तो देख लो समा किहो जिहा हो। उपराम दे विच रहिंदे खुश ना रहिंदे। सच्चे सौदे की गल जब वड्डे 3 वणज व्यापार के सेंटर सी, चूड़काना सैदपुर ते लाहौर। कई बार व्यापार करते चूड़काने, कई बार सैदपुर भी जाते। सैदपुर का नाम होना अहमदाबाद है। एक बार व्यापार करन गए गुरु नानक साहब रस्ते च अबदाला नूं 20 रुपए का जिहड़ा लंगर वो बस्त खवाती। अबदाल अल्लाह के कीर्तन च जुड़न वाला एक सूफी तबका है, जिहड़े कहंदे ने भी राग सादा अल्लाह वालों रूह का जवाब है, बजट च आ जाना, गश खा के डिग डुग पैंदे ते रूह का अल्लाह विच समा जाना। ये इस गल ते आउंदे। पिता जी नाराज होए बहुत, पैसे वाले सी पर उस समय 20 रुपए बहुत सी। कहने भी मैं भेजा व्यापार करन, ये की होया। ते साहिब दे घर पहले साहिबजादे जिहड़े पैदा होए वो श्री चंद जी जिहड़ा होए, जिहड़ा 1497 दे विच उन्हां दा जन्म है। दूजा 1499 विच लक्ष्मी चंद जी। तलवंडी च आम लोकां ते प्रभाव पै रहा सी। लोग कहंदे जो बातां नानक पाउंदा है वो बात हम वेद शस्त्रों में से भी कबू नहीं सुनी। श्रीचंद बाद च उदासी संप्रदा उदासी बन गए। तुहानूं पता है उदासी संप्रदा के पहले महंत बाबा गुरदित्ता जी होए ने, गुरु हरगोबिंद पातशाह जी के साहिबजादे जिन्हां दे पुत्र हर राय साहब 7वें पातशाह होए ने। लक्ष्मी चंद जी ने गृहस्थ धारण किया, उन्हां दी वंश जिहड़ी बेदी कहलाउंदी है। उसदे बाद सुल्तानपुर आ गए। सुल्तानपुर 1504 तो लैके 1508 3 साल रहे। मैं तो कालू जी चाहते सी मेरा भी पुत बिजनेस वाला बने, पैसे धेले वाला। तो अखीर जीजा जी कोल बाई जयराम जी को चिट्ठी भेजी कि इहनूं सदो। वेईं दे कंढे जनाली सड़क ते बसिया पुरातन यह वड्डा शहर है। छाउणी भी सी, राजा दौलत खान लोधी सी। ते जद गए उत्थे तां टब्बर भी नाल चल गया, मरदाना जी भी नाल सी। हुण मोदी दे जयराम जी जिहड़े दे नाल मोदी बन गए ते मोदी दे काम च हेर फेर बहुत सी, रिश्वत आम चलदी। ते पुरातन जन्म साखी दे विच लिखिया गुरु नानक जी किसी की दमड़ी ना राखे, बड़ी शोभा हुई जितनी रैयत सब दवाई लगी देवण। मेहरबान दी जन्म साखी च लिखा है कि नानक जी आप दयानतदार, किस्सा किशला नाही, होरस का हक गवाए नहीं, धर्मो धर्मी चलाए। अगे जो लोग पीछे लगे फिरते हक ना पाते, अते सब हक पहुंचे, सब लगे दुआई देन जा खड़ाए। तू नानक का भला कर जो सबना दा हक पहुंचाएगा, किसी को रंज नहीं करता। अगे जो मोदी 100
दहनीम 10वां हिस्सा घाट लेंदे सी। गुरु नानक नाही सब आखे वाह वाह नानक दयानतार। महिमा प्रकाश च भी यही लिखा, जो भुखा प्यासा चल आवे दयाल के, पर पलड़ा तिसदे तराजू ढाल के। ते संगत की नींह भी सुल्तानपुर दे विच रखी। दूर दराजों संगतां जिहड़ियां, कंग्रेगेशन बहुत वड्डी गल है जिहड़ी ना, संगत का एक कॉन्सैप्ट है। दूर नेड़ों संगतां जुड़ लगियां। भाई भगीरथ, भाई मनसुख, उचेचे तौर पर जिक्र साडे इतिहासकारां ने उन्हां दा कीता। गुरदास उन्हां ने भी दौलत खाने नूं सिखां दी सूची लिखा, दौलत खान लोधी भला हुआ जिंद पीर अविनाशी। नकारफ ने भी कहा, देश च धुम पै गई रात दिन बाबे पास मेला ते लंगर लग रहा। बड़ी मसानी मूर्ति मनन तो हट के लोगों नूं परमेश्वर वाल तोड़दा, भेखां दी निखेधी करदा। सवेर ते शाम सुल्तानपुर दे विच संगत जुड़न लगी। मोदी खाने बैठ के तकड़ी तोड़ के गुरु नानक ने उपदेश किया कि असीं ठूंगा क्यों मारीए, अपनी आत्मा के उपर बट्टे पत्थर बन के आत्मा नूं डोब दिंदे आ। पासक क्यों रखीए, अखलाक च काणो ना पाईए, कणक उसदी है असीं क्यों गिणती करिए, शक्कर ओहदी है शक्कर तोलदे असीं क्यों कौड़े बोलीए। घाटा पैंदा ਉਹਦੇ ਨਾਲ ਟੁੱਟ ਜਾਣ ਵਿੱਚ ਤੇ ਵਾਧਾ ਹੁੰਦਾ ਹੈ ਉਹਦੇ ਨਾਲ ਜੁੜਨ ਨਾਲ। ਉਹਦੀਆਂ ਦਾਤਾਂ ਨਖੁੱਟਦੀਆਂ ਨਹੀਂ, ਕਦੇ ਨਹੀਂ ਖਤਮ ਹੋਣ ਵਾਲੀ। ਲੋੜਵੰਦਾਂ ਦੀ ਮਦਦ ਕਰਦੇ ਜੋ ਅਲੂਫਾ ਮਿਲਦਾ, ਅਲੂਫਾ ਕਟੌਤੀ ਦੀ ਸ਼ਕਲ 'ਚ ਜਿੰਸ ਲੈਣ ਵਾਲਿਆਂ 'ਚੋਂ ਮਿਲਦੀ, ਉਹ ਵੀ ਸਾਹਿਬ ਬਣ ਦਿੰਦੇ ਲੋਕਾਂ। ਤਨਖਾਹ 'ਚ ਗੁਜ਼ਾਰਾ ਕਰਦੇ। ਹਾਕਮ ਵੱਡੀ ਖੋਤ ਤਿਲ ਮਿਲਾਏ, ਉਹਨਾਂ ਨੇ ਕਿਹਾ ਵੀ ਇਹ ਤਾਂ ਪੰਗਾ ਪੈ ਗਿਆ, ਇਹ ਕਿੱਥੋਂ ਕਹਾਣੀ ਗੱਲ ਗੜਬੜ ਹੋ ਗਈ। ਤੇ ਦੌਲਤ ਖਾਨ सदा गुरु नानक पातशाह नूं बरकत दा मूल कहंदे। पुत्तर दी सोभा सुन के कालू मेहता कालू जी सुल्तानपुर आए, उन्हें ख्याल किया गुरु नानक ने काफी कुछ खट्टिया। हो पुछण ते गुरु साहब कहंदे जिहड़ा आपां कमाउने आ लोड़वंदां नूं छका दिंदे आ, बाकी कुछ नहीं। ਇਹਦੇ ਚ ਇੱਕ ਘਟਨਾ ਹੋਈ। ਗੁਰੂ ਨਾਨਕ ਸਾਹਿਬ ਨੂੰ ਅਗਲਾ ਜਿਹਨੂੰ ਪ੍ਰੋਗਰਾਮ ਬਣਾਉਣ ਲਈ ਪ੍ਰੇਰਿਆ, ਜਿਸ ਕੋਈ ਖਰੀਦਣ ਆਇਆ, ਗੁਰੂ ਜੀ ਤੋਲਦਿਆਂ ਨੇ ਜਦ 13 ਦੀ ਧਾਰਨਾ ਉੱਤੇ ਪੁੱਜੇ ਤਾਂ ਰਸਮ 'ਚ 13-13 ਪੁਕਾਰਨ ਲੱਗ ਪਈ। ਇੰਨੀਆਂ ਧਾਰਨਾ ਤੋਲ ਦਿੱਤੀਆਂ, ਸ਼ਿਕਾਇਤੀ ਲੋਕਾਂ ਨੂੰ ਮੌਕਾ ਮਿਲ ਗਿਆ। ਦੌਲਤ ਖਾਨ ਕੋਲ ਪਹੁੰਚ ਗਏ ਹਿਸਾਬ ਕਰਨ ਤੇ ਪੂਰਾ ਹੀ ਸਭ ਕੁਝ ਨਿਕਲਿਆ। ਸਗੋਂ 321 ਰੁਪਏ ਗੁਰੂ ਨਾਨਕ ਸਾਹਿਬ ਜੀ ਦੇ ਵੱਧ ਨਿਕਲ ਗਏ। ਤੇ ਸਾਹਿਬ ਨੇ ਫਿਰ ਰਾਏ, ਜਦ ਮੁਨਸ਼ੀ ਸੀ ਰਾਏ ਨਾ ਆਉਂਦਾ, ਜਦ ਉਹਦੇ ਪੈਸੇ ਵਧੇ ਗੁਰੂ ਨਾਨਕ ਨੂੰ ਦੇਣ ਲੱਗੇ, ਉਹਨੇ ਖਰਾਤ 'ਚ ਵੰਡ ਕੇ ਕਹਿੰਦੇ ਜਿੱਥੇ ਮਿਹਨਤ ਦੀ ਇੰਨੀ ਬੇਕਦਰੀ ਆ ਉੱਥੇ ਮੈਂ ਨਹੀਂ ਕੰਮ ਕਰਨਾ। ਉੱਥੋਂ ਹੀ ਪ੍ਰਚਾਰ ਸ਼ੁਰੂ ਹੋਇਆ। ਸੁਲਤਾਨਪੁਰ ਤੋਂ ਭਗੀਰਥ ਜੋ ਮਲਸੀਆਂ ਦਾ ਰਹਿਣ ਵਾਲਾ ਸੀ ਮਿਲਣ ਆਇਆ, ਉਹ ਜਿਹੜਾ ਸ਼ਖਸੀਅਤ ਤੋਂ ਪ੍ਰਭਾਵਿਤ ਹੋ ਕੇ ਸਿੱਖ ਬਣਿਆ। ਭਾਈ ਮਨਸੁਖ ਨੇ ਵੀ ਉੱਥੇ ਉਪਦੇਸ਼ ਲਿਆ। ਹਰ ਰੋਜ਼ ਕੀਰਤਨ ਹੁੰਦਾ, ਮਰਦਾਨਾ ਰਬਾਬ ਵਜਾਉਂਦਾ, ਸੰਗਤਾਂ ਜੁੜਨ ਲੱਗ। 1507 ਦੇ ਵਿੱਚ ਬੇਈ ਨਦੀ 'ਚ ਇਸ਼ਨਾਨ ਕਰਨ ਗਏ ਤੇ ਰਾਤੋਂ ਸਾਥੀ 'ਚ ਲਿਖਿਆ ਤੇ ਜੂੜਾ ਕਰ ਜਿਉਂ ਦਰਿਆਬ ਵਿੱਚ ਜਿਉਂ ਡੁਬਕੀ ਮਾਰੀ ਤਿਉਂ ਫੇਰ ਨਾ ਨਿਕਲਿਆ। ਦਿਨਾਂ ਬਾਅਦ ਸ਼ਹਿਰ 'ਚ ਆਏ, ਸਵਾਲ ਉੱਠਦਾ 3 ਦਿਨ ਰਹੇ ਕਿੱਥੇ? ਗੱਲਾਂ ਚੱਲੀਆਂ। ਰਾਤੋਂ ਜਨ ਸਾਖੀ ਦੇ ਸ਼ਬਦਾਂ 'ਚ ਪਰਮੇਸ਼ਰ ਦੇ ਸੇਵਕ ਗੁਰੂ ਨਾਨਕ ਜੀ ਨੂੰ ਪ੍ਰਮਾਤਮਾ ਪਾਸ ਲੈ ਗਏ ਤੇ ਅੰਮ੍ਰਿਤ ਦਾ ਕਟੋਰਾ ਭਰ ਕੇ ਆਗਿਆ ਨਾਲ ਮਿਲਿਆ। ਬਚਨ ਕੀਤਾ, ਨਾਨਕ ਮੈਂ ਤੇਰੇ ਕੋਲ ਆ, ਮੈਂ ਤੇਰੇ ਨਾਲ ਨਿਹਾਲ ਕੀਆ। ਤੂੰ ਜੈ ਕਰ ਮੇਰਾ ਨਾਮ ਜਪ ਔਰ ਤਾਈਂ ਵੀ ਜਪਾ। संसार थे निर्लेप रह, नाम दान इशनान सेवा सिमरन च रहो। मैं तेरे ताई अपना नाम दिया, तू एक किरत कर। गुरु नानक मत्था टेकिया, भी तेरी कीमत ना पवे, होके वडाखा ना दे धुनी लगी। ते भाई गुरदास जी ने इस घटना नूं जिहड़ा अपने तरीके नाल बयान किया ਤੇ ਬਾਬਾ ਵਾਹਿਗੁਰੂ ਨਾਲ ਇੱਕ ਹੋਇਆ ਤੇ ਜੀਵਨ ਦਾ ਅਗਲਾ ਪ੍ਰੋਗਰਾਮ ਬਣਾਇਆ। ਗੁਰੂ ਜੀ ਨੇ ਧਿਆਨ ਨਾਲ ਵੇਖਿਆ, ਪ੍ਰਿਥਵੀ ਤੇ ਹਾਹਾਕਾਰ ਮੱਚੀ ਹੈ, ਰਾਹ ਦੱਸਣ ਤੋਂ ਬਿਨਾਂ ਲੁਕਾਈ ਭਟਕ ਰਹੀ ਹੈ, ਇਹਨੂੰ ਸੁਧਾਰਨਾ। C.H. ਪੇਨ ਲਿਖਦੇ ਨੇ ਕਿ ਗੁਰੂ ਨਾਨਕ ਜੀ ਨੇ ਉਹ ਗੱਲ ਸਮਝੀ ਜਿਹੜੀ ਦੂਜੇ ਸੁਧਾਰਕਾਂ ਨਹੀਂ ਸਮਝੀ। ਧਰਮ ਉਹੀ ਜਿੰਦਾ ਰਹਿ ਜਿਹੜਾ ਵਰਤੋਂ ਸਿਖਾ ਲੇ, ਜਿਹੜਾ ਇਹ ਨਾ ਸਿਖਾ ਲੇ ਕਿ ਦੁਨੀਆ ਤੋਂ ਬਚੀ ਦਾ ਕਿਵੇਂ, ਬਲਕਿ ਇਹ ਦੱਸੇ ਦੁਨੀਆ 'ਚ ਰਹਿਣਾ ਕਿਵੇਂ। ਇਹ ਨਾ ਦੱਸੇ ਕਿ ਵਧੀਆ ਤੋਂ ਭੱਜਣਾ ਕਿਵੇਂ, ਵਧੀਆ, ਪਰ ਇਹ ਦੱਸੇ ਕਿ ਵਧੀਆ ਦਾ ਟਾਕਰਾ ਕਿਵੇਂ ਕਰ। ਗੁਰੂ ਜੀ ਨੇ ਧਿਆਨ ਧਰਕ ਵੇਖਿਆ, ਆਜ਼ਾਦੀ ਤੇ ਦਲੇਰੀ ਦੋ ਹੀ ਚੀਜ਼ਾਂ ਇਹਨਾਂ ਤੋਂ ਵਾਂਝੀ ਹੋਈ ਜ਼ਿੰਦਗੀ ਦਾ ਇਹ ਹਾਲਤ ਹੈ। ਇਹਨਾਂ ਦੀ ਤੋਂ ਵਾਂਝੀ ਹੋਈ ਦੁਨੀਆ ਸਭ ਕੁਝ ਗਵਾ ਪੈਂਦੀ ਹੈ। C.H. ਪੇਨ ਨੇ ਲਿਖਿਆ ਦ ਸ਼ਾਰਟ ਹਿਸਟਰੀ ਆਫ ਸਿੱਖਸ,
ਤੇ शहरों बाहर बाबे ने कर लिया डेरा। पहला नारा कफन बन के लाता, ना कोई हिंदू ना मुसलमान। याद रहे कि इस्लामी केंद्र विच ना कोई हिंदू ना मुसलमान कहना कफन सिर ते रख के रखने वाली गल सी। सिकंदर लोधी ने बनारस के प्रसिद्ध विद्वान बोधन का सिर्फ ये करके इलाज है भरे दरबार च बढ़ता है कि उन्हें कह दिया हिंदू भी चंगे ते मुसलमान भी चंगे। उस समय की गल है, हिंदू मुसलमान के तुल नहीं हो सकता। उन्हें उल्ट ना को हिंदू ना मुसलमान कहना किड्डा दलेरी का कर्म। अज आपां नूं चीज़ां लगदियां भी ना हुण की कहना सौखा है, पर जद कि है काजी दे पास शिकायत होगी गुरु नानक साहब तो पूछा कि क्यों कोई मुसलमान नहीं। साहब ने कहा भी किसी दे भी अमल मुसलमानों वाले नहीं, सिर्फ गल्ली बाती गल्लां। नमाज पढ़न वेले काजी ते मुल्ला दा पाज खोलता। जब सब ने पूछा कोई हिंदू ते मुसलमान नहीं तां किस दे राह तुरे। साहब ने कहा खुदा दे राह तुरो। खुदा दा राह होवे, खुदा ना हिंदू ना मुसलमान। साडी नज़र च कोई भी हिंदू मुसलमान। कचहरी च हाजिर होया, अदालत च पुज गए, सिर ना झुकाया, जोर दिता सिर झुका। गुरु साहब ने जवाब दिता सिर उही झुकाउंदा जिन्हों लालच होवे, जिन्हों कोई लालच नहीं वो सिर सदा उच्चा करके रहना। इस पे नमाज पढ़ते हुए काजी नूं भी आख्या कि तेरी नमाज बेअर्थ है, तेरा चित इस गल च भी तेरी घोड़ी का बछेरा खुला फिरदा, मता खूच ना डिप। बाप नूं दस्सिया ਉਹਦਾ ਧਿਆन ਕਾਬਲ ਚ घोड़े बेचण वाले दा खुबिया होया। ਇਹ ਜਿਹੜੀਆਂ सब साझा चीज़ां सब दसियां तां फिर मोदी खाना छड्ड के दूर दराडे सफर की तैयारी विच जा होई गल। दौलत खान ने देखिया खलक नाल इन्ना प्यार करन लई जा रहा, वो बहुत वरजिया पर गुरु जी ने फैसले नूं ना बदल सकिया। दौलत खान ने जद मन टकाउण दी विधि पुछी तां दस्सिया जद भी ध्यान निकला है त्यों ते दृढ़ कर ली ते ध्यान पक्का करी तेरे नेड़े ही आ। जगत फैरी का फैसला फिर लंबी सोच तो बाद जिहड़ा डिसाइड किया, परिवार बाबा मूला जी पास छड़ दिता। धरती के लोगों को सोधन लई साहिब तुरे। फिर भाई मरदाने नूं नाल लिया, भाई गुरदास जी लगदे लिखते ने बाबे भेख बनाया उदासी की रीत चलाई चढ़िया सोधन धरत लुकाई। मरदाना जी नूं नवीं रवाज फरंदे कोलों भैन नानकी ने एक पासे रुपया लैके बनवाई। ते उदासी का अर्थ मतलब की आ उपरांत ते फिक्रमंद हो। ते जदों तुरे मैदान च निकले सिद्धा ने भी पूछया उदासी क्यों बने। उदासी का भेख धार लिया। साहब ने कहा कि गुरमुखां नूं लभण लई उदासी बने सा, नवां फलसफा दर्शाउण लई उदासी भेख धारिया, सच्चे प्रभु दे सच्चे व्यापारियां ते संसार नूं पार करना। साहब की उदासी पहली जिहड़ी शुरू करदे आं व्यापारक संदेशां तों। उदासियां जिहड़ियां साहब दीयां पहली उदासी जिहड़ी अक्तूबर 1507 तो 1515 तक पहली उदासी है जिहड़ी भाई गुरदास जी लिखते ने पहली वारे बाबा आया तीर्थ पुरब सबे फिर देखी। तीर्थ से जाके समझाया प्यार नाल भी भेखी प्रभु ना पाईए, नीवियां चल के प्यार दे नाल ही पाया जाता। अहमदाबाद च सुल्तानपुर तो चल के ये प्लीज उदासियां जिहड़ियां ने ना ये समझण वाली है। ਜਿਹੜਾ ਲੱਗਣ ਲਾ ਦਿੱਤਾ ਨਾ ਐ ਹੀ मतलब ਬਿਰਗਸ਼ਾਲਾ जी ਹੋਈ ਸੀ, ਮੂਹਰੇ ਆਪ ਬਹਿ ਜਾਂਦੇ ਤੇ ਪਿੱਛੇ ਕਹਿੰਦੇ ਬਹਿ ਵੀ ਮਰਦਾਦਿਆਂ ਚੁਟਕੀ ਮਾਰਦੇ। ਬਹੁਤ ਕਹਿੰਦੇ ਨੇ ਕਹਿੰਦੇ ਬਿਨਾਂ GPS ਤੋਂ ਬਾਬਾ ਕਿਵੇਂ ਤੁਰ ਗਿਆ। ਐ ਨਹੀਂ ਹੈ, ਇਹ ਤਾਂ ਸ਼ਕਤੀ ਹੋ ਸੀ ਕੋਈ। ਬਹਿੰਦੇ ਸੀ ਬਿਰਗਸ਼ਾਲਾ ਤੇ ਉੱਡ ਜਾਂਦੇ ਸੀ। ਇਹ ਗੱਲਾਂ ਛੱਡ ਦਿਓ ਕਿਉਂਕਿ ਫੋਟੋਆਂ ਉਹ ਜਿਹੀਆਂ ਬਣਾਤੀਆਂ ਨਾ, ਗੁਲਾਬੀ ਚਿਹਰਾ ਦਿਖਾ ਦਿੱਤਾ ਤੇ मतलब ਉਹਦੇ ਹਿਸਾਬ ਨਾਲ ਅਸੀਂ ਫਿੱਟ ਕਰ ਲਿਆ ਬਾਬੇ ਦਾ ਚਿਹਰਾ ਮੋਹਰਾ ਵੀ ਗੁਲਾਬੀ ਬੁੱਲ ਨੇ, मतलब ਐ ਧਰਮਾ ਮੂੰਹ ਹੈ, ਪੈਰ ਕੋਮਲ ਨੇ, ਪੈਰ ਚ ਪਦਮ ਹੈ। ਇਹ ਨਹੀਂ ਸੀ ਕਹਾਣੀ। ਪੈਰੀ ਗਏ, ਤੁਰ ਕੇ ਗਏ। ਸੁਲਤਾਨਪੁਰ ਤੋਂ ਚੱਲ ਕੇ ਬਿਆਸ ਪਾਰ ਕਰਤਾ ਜਿੱਥੇ ਗੋਇੰਦਵਾਲ ਵਸਿਆ, ਉੱਥੇ ਬਚਨ ਕੀਤਾ। ਫਿਰ ਹੁਣ ਇਹਨੂੰ ਸੁਣਿਓ ਸਮਝਿਓ, ਨਾਲ ਹੀ ਇਹਨੂੰ ਲੈ ਕੇ ਚੱਲੂ ਤੁਹਾਨੂੰ ਕੱਲ ਫਿਰ ਇੱਕ ਵਾਰ ਇਹਨੂੰ ਜਦ ਵੀ ਚਾਰੇ ਉਦਾਸੀਆਂ ਦੀ ਗੱਲ ਕਰਾਂਗੇ। ਪਿਛਲੀ ਮੈਂ ਉੱਥੋਂ ਤੁਹਾਨੂੰ ਤੋਰ ਕੇ ਅੱਗੇ ਤੋਰਿਆ ਕਰੂੰ ਵੀ ਪਿਛਲੀ ਚ ਕੀ ਹੋਇਆ ਸੀ। ਉੱਥੇ ਕਿਹਾ ਵੀ ਮਹਾਂਪੁਰਖ ਇੱਥੇ ਆਊਗਾ, ਇੱਕ ਕੀਰਤਨ ਹੋਊਗੀ, ਬਸੋਂ ਵਧੂਗੀ। ਗੁਰੂ ਅਮਰਦਾਸ ਸਾਹਿਬ ਨੇ ਉੱਥੇ ਹੀ ਟਿਕਾਣਾ ਫਿਰ ਕੀਤਾ ਸੀ। ਤੇ
फिर तलवंडी पुजे, माता पिता नूं मिले, फैसला सुनाता भी चले हुण। थोड़ा टिक के कहा भी इत्थे ही रुक जा, कहना ना, रोक ना सके। तलवंडी तो एमनाबाद आए सैदपुर, देखिया मलक भागो ने जग रचाया ते ब्रह्म भोज कीता होया सी। मलक भागो दे कोल ना ठहरे, लालो दे घरे पहुंचे, इट कमाई करदा। महिमा प्रकाश वाला लिखता है, लालो साध बड़ा संतोखी, कर धर्म मजूरी काया सोधी, त्रिया ताकी बड़ी सजान, भरता को जाने भगवान। उन्होंने निराले ढंग नाल जिहड़ा समझाया, जांदियां ही आवाज वाली, लालो। वो कहना जी महाराज की करदा है जी, किले घड़दा। कहदा सारी उम्र किले ही घड़ेगा। भाई लालो वो सूरमा ਜਿਹੜਾ अमीर दे पकवान छड्ड गरीब झोंपड़ी नूं जा नवाजदा है, उसकी गल बहुत वड्डी सी। मतलब जिहड़ी उस समय कोई दुनिया एक भोज दे लई खाने लई तुरी जांदी है, वो कहवे नहीं, इत्थे समझा दिता कि किले घन तो इलावा होर भी कोई काम करना है। घाल कमाई दा ते भगती दा आपो विच पूरा जोड़ नहीं। धर्म मनुखां दे फर्जां विच कोई फर्ज नहीं, सगों ਉਹ ਸ਼ੈ ਹੈ ਜਿਹਦੇ हर एक इंसानी फर्ज नाल संबंधित। भाई लालो ने गुरु नानक जी ਲਈ ਵੱਖ चौंका बनाया, बैठ के प्रसादा छकन लिखा। गुरु साहब कहते, लालो सारी धरती ਉਹ चौंका मेरा, ਜਿਹੜਾ सच नाल प्यार करदा ਉਹੀ सच्चा। वाह। मलक भागो जालम खान दा कारदार सी, उन्हें ब्रह्म भोज रचाया सी। जद अलकारा ने कहा ते मलक भागो ने 4 बरना का खाना तैयार किया। उत्थे पहुंचो, गुरु साहब ने कहा, मैनू क्यों बुलाया, मैं तो 4 बरना चो किसी एक का भी नहीं। गुरु नानक जी ने मलक भागो के सामने हुए तो उसके प्रश्न दे ही ये पूछा कि तुसीं मेरी रोटी क्यों नहीं खाधी। उत्तम जात दे खतरी हो, लालो शूदर है, ਉਹਦੇ रोटी क्यों खाने हो। मरासी मरदाने नूं पास क्यों रखिया, ब्रह्म भोज ते बुलाए आए नहीं, ये किहड़ा पुट्ठा राह फड़िया। गुरु ने कहा, लालो दी कोधरे दी रोटी असल ब्रह्म भोज है, पिरत दी कमाई है, ब्रह्म दे मूंह च पैण वाला भोज है, तेरे अन्न च लहू है, धर्मियां दे भोजन योग नहीं है। मरदाना मरासी नहीं, रबाबी है जो भुल्लियां नूं शब्द सुणाउंदा है, राह पाउंदा। जबर ते जोर नाल अन्न पाउण नूं मैं कदे तैयार नहीं, ते ना ही जिहड़े राह ते तुरिया राह ठीक है। जे तैनूं कोई शंक है ते अपना भोजन कीता तैयार लै, उधरों लालो दी रोटी लिया ना दिखा दिंदे तैनूं। ते ਉਹ ਦੁੱਧ ਤੇ ਲਹੂ ਵਾਲੀ ਗੱਲ ਜਿਹੜੀ ਨਵਾਂ ਪ੍ਰਕਾਸ਼ ਦੇ ਵਿੱਚ ਵੀ ਲਿਖੀ ਹੈ, ਲੈ ਪਿੰਡੀ ਸਾਗ ਕਰ ਮੈਂ ਦਵਾਈ, ਸਰਬਤ दूध ता मोह अधिकाई, भोजन जग करा मैं ले मला, रक्त की धारा तो तासो चला। चलो इस ते अजकल तुसीं सुणदे हो, पिछले 5-7 सालां दा नवीनवादियों ने कहा जी ਉਹ नहीं ਹੁੰਦਾ, ਇਹਨੂੰ ਛੱਡ ਦਈਏ, ਇਹਦੋਂ ਉੱਪਰ ਉੱਠ ਕੇ ਹੱਕ ਸੱਚ ਦੀ ਤੇ ਠੱਗੀ ਵਾਲੀ ਜਿਹੜੀ ਕਮਾਈ ਤੇ ਲੈ ਆਈ। ਤਰਨਤਾਰਨ ਤੋਂ ਲਾਹੌਰ, ਐਮਨਾਬਾਦ ਤੋਂ ਲਾਹੌਰ ਜਵਾਹਰ ਮਲ ਦੇ ਕੋਲ ਪਹੁੰਚੇ। ਦੁਨੀ ਚੰਦ ਜਿਹੜਾ ਮਾਇਆ ਦੇ ਵਿੱਚ ਘੂਕ ਸੁੱਤਾ ਪਿਆ ਸੀ, ਸੂਈ ਦੀ ਚੋਭ ਨਾਲ ਜਗਾਇਆ ਸੰਗਤ ਜੋੜੀ। ਪ੍ਰਾਤਮ ਜਨਮ ਸਾਖੀ ਅਨੁਸਾਰ ਤਦੋਂ ਦੁਨੀ ਚੰਦ ਕੋ ਤਰੀਕ ਸਿੱਖ ਹੁਆ, ਤਬ ਗੁਰੂ ਗੁਰੂ ਲੱਗਾ ਜਪਣ। ਉੱਥੇ ਹੀ ਰਾਗ ਆਸਾ ਦੀ ਵਾਰ ਕੀ ਥੋੜੀ ਜਿਹੜੀ 15ਵੀਂ ਪ੍ਰਥਾ ਦੁਨੀ ਚੰਦ ਕੀਤੀ। ਦੁਨੀ ਦਾ ਪ੍ਰਭਾਵ ਉਤਾਰਨ ਲਈ ਆਸਾ ਦੀ ਵਾਰ ਰਚੀ। ਤਰਨਤਾਰਨ ਦੇ ਨੇੜੇ ਦੀਪਾਲਪੁਰ ਚ ਕੋੜੀ ਦੇ ਘਰੇ ਪਹੁੰਚੇ। ਉਹਨੂੰ ਸਿਰਫ ਸਮਝਾਇਆ ਕਿ ਦੁੱਖ ਸਿਰਫ ਵਾਹਿਗੁਰੂ ਨਾਲੋਂ ਵਿਛੜਨ ਦੇ ਆਉਂਦੇ ਨੇ। ਕੋੜੀ ਨਾਲ ਰੱਜ ਕੇ ਪਿਆਰ ਕੀਤਾ, ਹਮਦਰਦੀ ਪ੍ਰਗਟ ਕੀਤੀ। ਪੀਰ ਬੁੱਢਣ ਸ਼ਾਹ ਨੂੰ ਕੀਰਤਪੁਰ ਦੇ ਲਾਗੇ ਮਿਲੇ। ਹਰਿਦੁਆਰ, ਵਿਸਾਖੀ ਦੇ ਸਮੇਂ ਹਰਿਦੁਆਰ ਉੱਪੜ ਗਏ। ਹਰਿਦੁਆਰ ਪੁੱਜੇ, 6 ਮਹੀਨੇ ਲੱਗੇ ਪਹੁੰਚਦਿਆਂ ਨੂੰ। ਲੋਕ ਆਪਣੇ ਪਿੱਤਰਾਂ ਨੂੰ ਸੂਰਜ ਵੱਲ ਨੂੰ ਪਾਣੀ ਦੇਣ, ਉਹਨਾਂ ਨੂੰ ਸਮਝਾਉਣ ਲਈ ਉਲਟਾ ਦਿਸ਼ਾ 'ਚ ਪਾਣੀ ਦੇਣਾ ਸ਼ੁਰੂ ਕੀਤਾ। ਲੋਕ ਮਹਾਰਾਜ ਦੇ ਕਰਮ ਤੇ ਹੱਸਣ ਲੱਗੇ, ਠਿੱਠ ਲੱਗੇ ਕਰਨ। ਕੀ ਕਰਦੇ ਹੋ? ਗੁਰੂ ਜੀ ਨੇ ਕਿਹਾ ਵੀ ਲਾਹੌਰ ਦੇ ਨਜ਼ਦੀਕ ਹਮਾਰਾ ਘਰ ਹੈ ਤੇ ਖੇਤ ਨੇ, ਉੱਥੇ ਮੀਂਹ ਨਹੀਂ ਪਿਆ, ਮੈਂ ਖੇਤਾਂ ਨੂੰ ਪਾਣੀ ਦਿੰਦਾ। ਸਾਰੇ ਹੱਸ ਕੇ ਇੱਕ ਨੇ ਪੁੱਛ ਲਿਆ, ਰੱਬ ਦੇ ਸਵਾਰੇ, ਲਾਹੌਰ ਦੀ ਧਰਤੀ ਇਹ ਪਾਣੀ ਭੁੱਲੇ ਜਾ ਸਕਦਾ ਹੈ? ਸਮਾਂ ਸੰਭਾਲ ਕੇ ਗੁਰੂ ਜੀ ਨੇ ਕਿਹਾ, ਭਲਿਓ ਲਿਖੋ, ਹੁਣ 50 ਕਰੋੜ ਦੇਵ ਲੋਕ ਜਾਏਗਾ ਤਾਂ ਲਾਹੌਰ ਕੀ ਧਰਤੀ ਨਾ ਜਾਏਗਾ? ਇੱਥੇ ਤੇ ਰੇੜਿਆ ਤਾਂ ਗਿਆ, देवलोक जाएगा जो लाहौर की धरती न जैसी हो। लाहौर तो 920 को इथों 370 मील है,
ਸਰਹੰਦ ਪਾਰ ਕਰਨੀ, ਲਾਹੌਰ ਆ ਗਿਆ। ਸਾਰਿਆਂ ਨੂੰ ਫੋਕਟ ਕਰਮਾਂ ਦੀ ਨਿਸਫਲਤਾ ਦਾ ਪਤਾ ਲੱਗਿਆ ਤੇ ਫੋਕੀਆਂ ਰਸਮਾਂ ਛੱਡਣ ਦੀ ਗੱਲ ਕੀਤੀ। ਉੱਥੇ ਹੀ ਗੰਗਾ ਦੇ ਕੰਢੇ ਵੈਸ਼ਨਵ ਸਾਧੂ ਸਵੇਰੇ ਮਿੱਟੀ ਪੋਚ ਕੇ ਰੋਟੀ ਤਿਆਰ ਕਰਦਾ ਸੀ। ਮੌਲਾਨਾ ਜੀ ਤੜਕੇ ਹੀ ਉਹਦੇ ਕੋਲੋਂ ਲੋੜ ਪਈ ਅੱਗ ਲੈਣ ਗਏ। ਵੈਸ਼ਨਵ ਸਾਧੂ ਨੇ ਇੰਨਾ ਬੁਰਾ ਮਨਾਇਆ, ਕਰੋਚ ਮੌਲਾਨਾ ਦੇ ਪਿੱਛੇ ਭੱਜਿਆ, ਲੈ ਕੇ ਚਵਾਤੀ। ਅੱਗ ਭੂਕਾ ਦੇਖ ਕੇ ਗੁਰੂ ਜੀ ਨੇ ਸਮਝਾਇਆ ਕਿ ਗਰੀਬ ਨੂੰ ਦੁਰੇ ਦੁਰੇ ਕੀਤਿਆਂ ਰੱਬ ਨਹੀਂ ਖੁਸ਼ ਹੁੰਦਾ, ਉਹਦੇ ਹਿਰਦੇ ਵਿੱਚ ਆ ਕੇ ਬਸਣਾ ਪੈਂਦਾ। ਹਿਰਦੇ ਨੂੰ ਖੋਟੀ ਮੱਤ, ਕਸਾਈਪਣਾ, ਪਰਾਈ, ਨਿੰਦਾ, ਕ੍ਰੋਧ ਆਦਿ ਅਛੂਤਾਂ ਤੋਂ ਬਚਣ ਲਈ ਕਿਹਾ। ਇਹ ਸਾਰੇ ਅਛੂਤ ਪਾਸ ਬੈਠੇ ਨੇ, ਤੇਰੇ ਚੌਂਕੇ ਨਾਲ ਸਫਾਈ ਨਹੀਂ ਹੁੰਦੀ। ਮਿਹਰਬਾਨ ਜੀ ਲਿਖਦੇ ਨੇ, ਗੁਰੂ ਨਾਨਕ ਸਾਹਿਬ ਜੀ ਨੇ ਸੱਚ ਸੰਜਮ ਕਰਨੀ ਕਾਰਾਂ, ਨਾਵੋ ਨਹੀਂ ਜਪਈ ਦਾ ਗੀਤ ਗਾਇਆ ਤੇ ਸਰਦਾ ਯਾਤਰੂਆਂ ਨੇ ਜਨੇਊ ਲਾ ਕੇ ਗੰਗਾ ਬੀਚ ਡਾਰੇ ਸੁੱਟ ਦਿੱਤੇ। ਉੱਥੇ ਹੀ ਚਮ ਸ੍ਰਿਸ਼ਟੀ ਦੂਰ ਹੋਈ, ਬਾਬੇ ਦੀ ਰਹਿਮ ਨਾਲ ਸਭ ਸ੍ਰਿਸ਼ਟੀ ਮਿਲੀ। ਤੇ ਇੱਥੋਂ ਅੱਗੇ ਫਿਰ ਗੋਰਖ ਮਤੇ, ਨਾਨਕ ਮਤੇ ਨੂੰ ਜਦ ਹਰਿਦੁਆਰ ਤੋਂ ਗੜਵਾਲ ਦੀ ਰਾਜਧਾਨੀ, ਹੁਣ ਤੁਸੀਂ ਇਹ ਸਮਝਿਓ ਸੀ ਵੀ ਕਿੱਧਰ ਜਿਹੜਾ ਕਿੱਥੋਂ ਸੁਲਤਾਨਪੁਰ, ਕਿੱਥੇ ਹਰਿਦੁਆਰ ਹੈ, ਤੇ ਹਰਿਦੁਆਰ ਤੋਂ ਅੱਗੇ ਰਿਸ਼ੀਕੇਸ਼, ਰਿਸ਼ੀਕੇਸ਼ ਤੋਂ ਅੱਗੇ ਗੜਵਾਲ ਦੀ ਰਾਜਧਾਨੀ ਸ਼੍ਰੀਨਗਰ ਹੈ। ਜਿਹੜੀ ਸ਼੍ਰੀਨਗਰ ਹੈ ਉਹ ਅਜੇ ਜੋਸ਼ੀ ਮੱਠ ਨੂੰ ਜਾਂਦੇ ਆ, ਜਿੱਧਰ ਨੂੰ ਹੁਣ ਅਸੀਂ ਜਾਂਦੇ ਆ ਮੱਥਾ ਟੇਕਣ ਹੇਮਕੁੰਟ, ਉੱਥੇ ਸ਼੍ਰੀਨਗਰ ਹੈ। ਇੱਥੇ ਅਗਲੇ ਮੰਗਲਵਾਰ ਨੂੰ ਇਸ ਸ਼੍ਰੀਨਗਰ ਤੋਂ ਚੱਲਾਂਗੇ। ਇਹ ਸੀ ਅੱਜ ਦਾ ਪ੍ਰੋਗਰਾਮ। ਅਖੀਰ ਚ ਹਰਮਨਜੀਤ ਦਾ ਲਿਖਿਆ ਦਿਲਜੀਤ ਦਾ ਇੱਕ ਗਾਇਆ ਗੀਤ ਗੁਰੂ ਨਾਨਕ ਪਾਤਸ਼ਾਹ ਬਾਰੇ ਤੁਹਾਡੇ ਸਰਮੁਖ। ਤੇ ਕੱਲ ਨੂੰ ਕਹਾਣੀ ਦਾ ਦਿਨ ਹੈ, ਕਹਾਣੀ ਕੱਲ ਨੂੰ ਸੁਣਾਵਾਂਗੇ ਤੁਹਾਨੂੰ। ਵਧੀਆ ਜੀ, ਰੱਬ ਰੱਖਾ।